ਟਰੰਪ ਕਹਿੰਦਾ ਹੈ ਕਿ ਮੈਂ ਆਖਿਆ ਉਹਨੂੰ ਐਪਲ ਦੇ ਸੀਈਓ ਨੂੰ ਵੀ ਭਾਰਤ ਦੇ ਵਿੱਚ ਬਹੁਤ ਟੈਰਿਫ ਹਾਈ ਆ। ਮੈਂ ਕੀ ਚਾਹੁੰਦਾ ਹੈਗਾ ਵੀ ਤੂੰ ਉੱਥੇ ਭਾਰਤ ਦੇ ਵਿੱਚ ਇਹਦੀ प्रोडक्शन करे। भारत के दुश्मन तुर्की को हवा से हवा में मार करने वाली किलर मिसाइल देगा अमेरिका। अगले कहते ने पंजाब हरियाणा तक बेशक दी विच हिमाचल तक ये भी जे सवाह हुंदे होण ते जे पंजाब ते कश्मीर दा कवाड़ा हुंदा होवे नाल इत्थे बीजनास हुंदा होवे मनुखता दा कोई सौदा माड़ा नहीं। एक तां साडे लोक ने जे किते तोप दा गोला जां कोई होर चीज जां जहाज डिग पिया भज्जे जांदे आ देखण। एक वो लोक ने ਜਿਹੜੇ ਕਹਿੰਦੇ ਆ ਇੱਥੇ ਕਮਾਉਣ ਤਾਂ ਆਵਾਂਗੇ ਪਰ ਜੇਕਰ ਇੱਥੇ ਮਰਨ ਮਾਰਨ ਦਾ ਸਵਾਲ ਹੋ ਗਿਆ ਫਿਰ ਪੰਜਾਬ ਪੰਜਾਬੀਆਂ ਦਾ। ਇਹ ਲੋਕ ਪੰਜਾਬ ਨਾਲ ਨਾ ਵਫਾ ਕਰ ਸਕਦੇ ਆ ਤੇ ਨਾ ਇਹਨਾਂ ਨੇ ਪੰਜਾਬ ਲਈ ਲੜਨਾ ਮਰਨਾ। ਹਾਂ, ਭਾਰਤ ਦਾ ਸਿਸਟਮ ਇਹਨਾਂ ਦੀ ਪਿੱਠ ਤੇ ਖੜਾ। ਉਹ ਕਹਿੰਦੇ ਆ ਇਹਨਾਂ ਨੂੰ ਹੱਥ ਲਾ ਕੇ ਦਿਖਾਓ। ਬਲੋਚਿਸਤਾਨ ਦੇ ਵਿੱਚ ਜਿੰਨਾ ਉਤਮੂਲ ਖੜਾ ਹੋਇਆ ਉਹਦੇ ਬਾਰੇ ਕਹਿੰਦੇ ਆ ਕਿ ਜੀ ਉਹ ਤਾਂ बहुत वधिया गल आ पाकिस्तान दे विच जिहड़ा होया इंडिया ये कहना। ते फिर असीं पंजाब वाले जां कश्मीर वाले तुहानूं की कहने आ? पर सानूं भी साडी भी तां उही प्रॉब्लम आ ना जिहड़ी तुसीं कहने हो बलोचिस्तान आज़ाद होना चाहिए ते सानूं दिओ आज़ादी। फिर TV 84 उत्ते प्रोग्राम खबर दी खबर देख रहा है सारे दर्शकों नूं मैं सरबजीत सिंह घुमान फतेह अर्ज करदा जी। वाहिगुरू जी का खालसा वाहिगुरू जी की फतेह। पिछले कुछ दिनों तो जंगबंदी तो बाद ਭਾਰਤ ਦੀ ਸਿਆਸਤ ਵਿੱਚ ਵੀ ਬੜਾ ਅਜੀਬੋ ਗਰੀਬ ਜਿਹਾ ਵਰਤਾਰਾ ਦੇਖਣ ਨੂੰ ਮਿਲ ਰਿਹਾ। ਭਾਰਤ ਦਾ ਬੱਚਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਮੂੰਹ ਤੋਂ ਸੱਚ ਸੁਣਨਾ ਚਾਹੁੰਦਾ, ਭਾਵੇਂ ਕਿ ਹਰੇਕ ਨੂੰ ਸੱਚ ਦਾ ਪਤਾ ਹੈ ਕਿ ਜਿਹੜੀ ਜੰਗਬੰਦੀ ਆ ਇਹ ਕਿਹਨੇ ਕਿਵੇਂ ਤੇ ਕਿਸ ਅੰਦਾਜ਼ ਨਾਲ ਕਰਵਾਈ। ਪਰ ਲੋਕਾਂ ਦਾ ਹੁੰਦਾ ਵੀ ਸਾਡਾ ਪ੍ਰਧਾਨ ਮੰਤਰੀ ਸਾਨੂੰ ਦੱਸੇ। ਪਰ ਜਿੱਦਣ ਰਾਸ਼ਟਰ ਦੇ ਨੂੰ ਸੰਦੇਸ਼ ਦਿੱਤਾ ਉਦਣ ਵੀ ਤੇ ਅੱਜ ਤੱਕ ਵੀ ਮੁਲਕ ਦੇ ਵਿੱਚ ਜਿਵੇਂ ਊਠ ਦਾ ਬੁੱਲ ਡਿੱਗਣਾ ਹੁੰਦਾ ਐ ਡੀਕਿਆ ਜਾ ਰਿਹਾ ਕਿ ਸ਼ਾਇਦ ਮੋਦੀ ਕਦੇ ਨਾ ਕਦੇ ਕਹਿ ਦੇਵੇ ਕਿ ਅਮਰੀਕਾ ਨੇ ਮਿਸਟਰ ਟਰੰਪ ਨੇ ਧੰਨਵਾਦ ਕਰਦੇ ਆ ਉਹਨੇ ਜੰਗਬੰਦੀ। ਅਮਰੀਕਾ ਨੇ ਜਿਹੜਾ ਕੁਝ ਕੀਤਾ ਉਹਨੂੰ ਸਾਰਾ ਸੰਸਾਰ ਸਲਾਹ ਰਿਹਾ। ਪਾਕਿਸਤਾਨ ਨੇ ਜਿਹੜਾ ਕਿ ਇਸ ਜੰਗ ਦੇ ਵਿੱਚ ਦੂਜੀ ਵੱਡੀ ਧਿਰ ਜਿਹਦੇ ਨਾਲ ਲੜਾਈ ਹੋਈ ਆ ਉਹ ਸ਼ਰੇਆਮ ਮੰਨ ਰਿਹਾ, ਧੰਨਵਾਦ ਕਰ ਰਿਹਾ ਵੀ ਇਹਨਾਂ ਨੇ ਇਸ ਮੌਕੇ ਰੋਲ ਨਿਭਾਇਆ। ਪਰ ਪਤਾ ਨਹੀਂ ਨਰਿੰਦਰ ਮੋਦੀ ਨੂੰ ਕੀ ਸੰਗ ਲੱਗਦੀ ਆ, ਕੀ ਸ਼ਰਮ ਆਉਂਦੀ ਆ। ਉਹ ਇਹ ਗੱਲ ਕਹਿਣ ਤੋਂ ਪੂਰੇ ਦਾ ਪੂਰਾ ਇੰਡੀਅਨ ਸਿਸਟਮ ਜਾਣੀ ਕਿ ਬਚਦਾ ਜਾਂ ਫਿਰ ਲੱਗਦਾ ਇਉਂ ਹੈ ਜਿਹੜਾ ਮੋਦੀ ਬੀਤੇ ਦੌਰ ਵਿੱਚ ਟਰੰਪ ਦੀ ਯਾਰੀ ਦਾ ਢੋਲ ਵਜਾਉਂਦਾ ਰਿਹਾ ਇਸ ਵਾਰ ਸ਼ਾਇਦ ਉਹੋ ਜਿਹਾ ਕੁਝ ਨਹੀਂ ਦਿਖ ਰਿਹਾ। ਤੇ ਇਸ ਵਾਰ ਵੈਸੇ ਵੀ ਟਰੰਪ ਨੇ ਜਿੱਦਣ ਤੋਂ ਸੱਤਾ ਸੰਭਾਲੀ ਆ ਉਹ ਤਾਂ ਸਾਰੇ ਸੰਸਾਰ ਦੇ ਵਿੱਚ ਅੱਡ-ਅੱਡ ਮੁਲਕਾਂ 'ਚ ਟੈਰਿਫ ਦੀ ਲੜਾਈ ਜਿਹੜੀ ਆ ਵਪਾਰ ਦੇ ਸਭ ਮਸਲੇ ਦੇ ਉੱਤੇ ਹੀ ਵੀ ਸ਼ਾਂਤੀ ਕਰੋ ਤੇ ਵਪਾਰ ਕਰੋ, ਛੱਡੋ ਜੰਗਾਂ ਯੁੱਧਾਂ, ਉਹ ਤਾਂ ਇੱਧਰ ਨੂੰ ਤੁਰਿਆ ਹੈ। ਤੇ ਜਦੋਂ ਇਹ ਗੱਲਬਾਤ ਚੱਲੀ ਹੋਣੀ ਆ ਕਿ ਤੁਸੀਂ ਭਾਈ ਸੀਜ਼ ਫਾਇਰ ਕਰੋ, ਗੋਲੀ ਬੰਦੀ ਕਰੋ, ਤਾਂ ਉਸ ਮੌਕੇ ਸ਼ਾਇਦ ਕੋਈ ਤਲਖੀ ਹੋਈ ਜਾਂ ਕੋਈ ਗੜਬੜ ਹੋਈ ਜਾਂ ਤਿੱਖਾ ਤਲਖ ਕਲਾਮੀ ਹੋਈ, ਗੱਲ ਪਤਾ ਨਹੀਂ ਕੀ ਆ। ਪਰ ਭਾਰਤੀ ਸਿਸਟਮ ਪੂਰੀ ਤਰ੍ਹਾਂ ਇਸ ਗੱਲੋਂ ਚੁੱਪ ਜਿਹਾ ਬੈਠਾ। ਤੇ ਇਹ ਗੱਲ ਨਿਤ ਨਵੀਂ ਚੀਜ਼ ਜਦੋਂ ਟਰੰਪ ਛੱਡ ਦਿੰਦਾ ਉਦੋਂ ਹੋਰ ਔਖੀ ਹੋ ਜਾਂਦੀ ਹੈ। ਅੱਜ ਫੇਰ ਚਰਚਾ ਛਿੜੀ ਹੋਈ ਆ। ਅੱਜ ਜਦੋਂ ਇਹ ਖਬਰ ਇੱਥੇ ਆ ਕੇ ਡਿੱਗੀ ਹੈ ਬਈ ਟਰੰਪ ਕਹਿੰਦਾ ਹੈ ਕਿ ਮੈਂ ਜਦੋਂ ਇਹ ਸੁਣਿਆ ਤੇ ਮੈਂ ਆਖਿਆ ਉਹਨੂੰ ਐਪਲ ਦੇ ਸੀਈਓ ਨੂੰ ਵੀ ਭਾਰਤ ਦੇ ਵਿੱਚ ਬਹੁਤ ਟੈਰਿਫ ਹਾਈ ਆ ਤੇ ਤੂੰ ਦੋਸਤਾ ਉੱਥੇ ਜਿਹੜਾ $500 ਬਿਲੀਅਨ ਲੈ ਕੇ ਆ ਰਿਹਾ ਤੇ ਮੈਂ ਨਹੀਂ ਚਾਹੁੰਦਾ ਹੈਗਾ ਵੀ ਤੂੰ ਉੱਥੇ ਭਾਰਤ ਦੇ ਵਿੱਚ ਇਹਦੀ प्रोडक्शन करे। ਹੁਣ ਜਿਸ ਮੁਲਕ ਦੇ ਨਾਲ ਇੰਡੀਆ ਨਾਲ ਅਮਰੀਕਾ ਦੇ ਜਾਂ ਟਰੰਪ ਦੇ ਮੋਦੀ ਨਾਲ ਜੇ ਇੰਨੇ ਚੰਗੇ ਰਿਲੇਸ਼ਨ ਹੋਣ ਜਿਹੇ ਜਿਹੇ ਦਰਸਾਏ ਜਾ ਰਹੇ ਨੇ
ਤਾਂ ਜਿਹੜਾ ਅੱਜ ਆ ਸੱਪ ਕੱਢਿਆ, ਜਿਸ ਤਰੀਕੇ ਨਾਲ ਉਹਨੇ ਰੋਕਿਆ, ਇੱਕ ਤਰੀਕੇ ਨਾਲ ਵਾਰਨਿੰਗ ਹੀ ਆ ਇਹ ਉਹਨੂੰ, ਬਈ ਭਾਈ ਤੂੰ ਇੰਡੀਆ ਦੇ ਵਿੱਚ ਫੈਕਟਰੀ ਨਾ ਲਾ, ਐਪਲ ਦੇ ਸੀਓ ਨੂੰ ਜਿਹੜਾ ਕਿਹਾ। ਹੁਣ ਇੱਥੇ ਐਪਲ ਸੀਓ ਟਿਮ ਕੁੱਕ ਤੇ ਡੋਨਾਲਡ ਟਰੰਪ ਦੀਆਂ ਫੋਟੋਆਂ ਦੋਨਾਂ ਦੀਆਂ ਪਾ ਕੇ ਉੱਤੇ ਇਹ ਲਿਖ ਕੇ कि भारत में मत बनाओ आईफोन, वहां अपना प्लांट मत लगाओ, इदां दियां ਮੈਨੂੰ ਲੱਗਦਾ ਵੀ 5000 ਤੋਂ ਉੱਪਰ ਫੋਟੋਆਂ ਜੀਆਂ ਜਿਹੜੇ ਅੱਜ ਕੱਲ ਰਿਵਾਜ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਚੱਲ ਰਹੀਆਂ ਨੇਗੀਆਂ ਕਿ ਉਹਨੇ ਟਿਮ ਕੁੱਕ ਨੂੰ ਟਰੰਪ ਨੇ ਠੋਕ ਵਜਾ ਕੇ ਰੋਕ ਦਿੱਤਾ ਕਿ ਤੂੰ ਭਾਰਤ 'ਚ ਕੋਈ ਪੰਗਾ ਨਹੀਂ ਲੈ। ਹੁਣ ਪਹਿਲਾਂ ਹੀ ਬੜੇ ਤਾਂ ਲੋਕ ਕਈ ਦਿਨ ਤੋਂ ਇਹ ਸਵਾਲ ਦਾ ਜਵਾਬ ਲੱਭਦੇ ਫਿਰਦੇ ਸੀ, ਭਾਈ ਐਤਕੀ ਤੁਹਾਡਾ ਉਹ ਜਿਹੜਾ ਮੋਦੀ ਹੋਡੀ ਵਾਲਾ ਕੰਮ ਸੀ, ਜਾਂ ਤੁਸੀਂ ਟਰੰਪ ਨੂੰ ਕਹਿੰਦੇ ਸੀ ਮੇਰਾ ਦੋਸਤ ਆਇਆ ਅਮਰੀਕਾ ਸੇ ਆਇਆ ਮੇਰਾ ਦੋਸਤ, ਉਹ ਗੱਲ ਜੀ ਗਈ ਕਿੱਧਰ ਨੂੰ? ਤੇ ਸਾਫ਼ ਦਿਖ ਰਿਹਾ ਕਿ ਜਿਹੜਾ ਟਰੰਪ ਹੈ ਉਹ ਵਪਾਰ ਦੇ ਹਿਸਾਬ ਨਾਲ ਹੀ ਸਾਰੇ ਸਟੈਪ ਚੱਕ ਰਿਹਾ ਤੇ ਨਿਤ ਨਵੀਂ ਗੱਲ। ਹੁਣ ਇੱਧਰ ਤਾਂ ਇਹ ਕਿਹਾ ਜਾ ਰਿਹਾ ਇੰਡੀਆ ਵੱਲੋਂ, ਆ ਸਾਰੇ ਇੱਥੇ ਅਖਬਾਰਾਂ ਦੇ ਫਰੰਟ ਪੇਜ ਤੇ ਖਬਰ ਆ ਵੀ ਭਾਰਤ ਨੇ ਤੁਰਕੀ ਅਤੇ ਅਜ਼ਰਬੈਜਾਨ ਦੇ ਸਮਾਨ ਦਾ ਬਾਈਕਾਟ ਸ਼ੁਰੂ ਕਰ ਦਿੱਤਾ। ਚਲੋ ਇਹ ਤਾਂ ਖਬਰ ਪੜਾਂਗੇ ਤੇ ਬੰਦਾ ਪੜ੍ਹ ਕੇ ਥੋੜਾ ਜਿਹਾ ਧੀਰਜ ਨਾਲ ਅੱਖਰ ਹਜਮ ਕਰ ਲੈਂਦਾ, ਪਰ ਸਾਡੇ ਟੀਵੀ ਚੈਨਲਾਂ ਨੇ ਦਹਾਈ ਪਾਈ ਹੋਈ ਆ ਵੀ ਤੁਰਕੀ 'ਚ ਤਾਂ ਬਸ ਸੜਕਾਂ ਤੇ ਆ ਗਏ ਲੋਕ, ਉੱਥੇ ਤਾਂ ਠੂਠੇ ਫੜੀ ਫਿਰਦੇ ਆ ਵੀ ਭਾਰਤ ਤੋਂ ਕੋਈ ਟੂਰਿਸਟ ਨਹੀਂ ਆ ਰਿਹਾ। ਸਾਡੀਆਂ ਫਿਲਮਾਂ ਵਾਲਿਆਂ ਨੇ ਵੀ ਕਹਿਤਾ ਜੀ, ਕਹਿੰਦੇ ਉੱਥੇ ਅਸੀਂ ਸ਼ੂਟਿੰਗ ਕਰਨ ਨਹੀਂ ਜਾਣਾ। ਲੈ ਤੇਰੇ ਦੀ ਦਇਆ, ਤੇਰੇ ਦੀ ਸਵੇਰ ਦੀ ਚੱਲ ਰਹੀ ਆ, ਜਿੰਨੀ ਕੁੱਤੇ ਭਗਾਈ ਇੰਡੀਅਨ ਚੈਨਲ ਕਰ ਸਕਦੇ ਆ ਉਹ ਕਰ ਰਹੇ ਨੇ ਤੇ ਪੂਰਾ ਜ਼ੋਰ ਲਾ ਕੇ ਇਹ ਦਿਖਾਇਆ ਜਾ ਰਿਹਾ ਕਿ ਪਿਛਲੇ 5 ਦਿਨ ਤੋਂ ਜਦੋਂ ਤੋਂ ਇਹ ਮਸਲਾ ਜਿਹਾ ਤੁਰਕੀ ਨਾਲ ਆਪਣਾ ਖੜ ਗਿਆ ਵੀ ਤੁਸੀਂ ਤਾਂ ਜੀ ਪਾਕਿਸਤਾਨ ਦੇ ਨਾਲ, ਬਈ ਉੱਥੇ ਤਾਂ ਜੀ ਬੁਰਾ ਹਾਲ ਹੋ ਗਿਆ ਜਦੋਂ ਉਹਨਾਂ ਨੇ ਸੁਣਿਆ। ਉਹ ਤਾਂ ਜੀ ਪੋਸਟਰ ਪਾ ਕੇ ਇੰਡੀਆ ਨੂੰ ਅਪੀਲਾਂ ਕਰਦੇ ਆ ਵੀ ਟੂਰਿਸਟੋ ਆ ਜਾਓ। तो जैसा तुर्की नाल इंडिया ने इस तरीके नाल ਐਲਾਨੀਆ तौर ਦੇ ਉੱਤੇ ਵਿਰੋਧ ਦਰਜ ਕਰਾਇਆ ਕਿ ਤੁਸੀਂ ਜੰਗ ਦੇ ਵਿੱਚ ਪਾਕਿस्तान ਦੇ ਨਾਲ खड़े सी, ਉਹਦੇ ਬਾਰੇ ही ਇੱਥੇ एक खबर तुरी फिरदी आ कि भारत के दुश्मन तुर्की को हवा से हवा में मार करने वाली किलर मिसाइल देगा अमरीका। ਹੁਣ ਇੱਕ ਪਾਸੇ ਤਾਂ ਮੋਦੀ ਸਾਹਿਬ ਕਹਿੰਦੇ ਆ ਵੀ ਆਪਣੇ ਤੋਂ ਬਗੈਰ ਪੁੱਛੇ ਤਾਂ ਟਰੰਪ ਸਾਹ ਨਹੀਂ ਲੈਂਦਾ, ਤੇ ਟਰੰਪ ਨੇ ਤਾਂ ਚੱਕ ਕੇ ਮਿਜ਼ਾਈਲ ਦਾ ਸੌਦਾ ਕਰ ਲਿਆ। ਜੇ ਖਬਰ ਨੂੰ ਸੱਚ ਮੰਨੀਏ ਇਹ ਇੱਕ ਨਵੀਂ ਭਾਜੀ ਪਾਤੀ ਫਿਰ। ਤੇ ਪਿਛਲੇ 3-4 ਦਿਨਾਂ ਤੋਂ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਤੇ ਹਰ ਪਲ ਇਉਂ ਲੱਗਦਾ ਕਿ ਅਮਰੀਕਾ ਨੇ ਜਾਂ ਟਰੰਪ ਨੇ ਜਾਂ ਅਮਰੀਕਨ ਸਿਸਟਮ ਨੇ ਬੀਤੇ ਸਮੇਂ ਦੀਆਂ ਬਹੁਤ ਸਾਰੀਆਂ ਗੜਬੜਾਂ ਗਲਤੀਆਂ ਚੇਤੇ ਕਰਕੇ ਮੋਦੀ ਨੂੰ ਤੇ ਇੰਡੀਆ ਨੂੰ ਅਕਲ ਦੇਣ ਦਾ ਪ੍ਰੋਗਰਾਮ ਬਣਾ ਲਿਆ। ਪਿੱਛੇ ਜੇ ਇਹ ਵੀ ਚਰਚਾ ਛਿੜੀ ਰਹੀ ਆ ਕਿ ਜਦੋਂ ਰੂਸ ਤੇ ਯੂਕਰੇਨ ਦਾ ਪੰਗਾ ਪਿਆ ਉਦੋਂ ਇੰਡੀਆ ਜਿਹੜਾ ਸੀ ਉਹ ਰੂਸ ਦੇ ਖੇਮੇ 'ਚ ਖੜਾ ਰਿਹਾ। ਇਵੇਂ ਹੀ ਕਈ ਹੋਰ ਮਸਲੇ ਮਸਾਇਲ ਨੇ ਜਿੱਤੋਂ ਇਹ ਜ਼ਾਹਿਰ ਹੁੰਦਾ ਕਿ ਇੰਡੀਆ ਆਪਦੇ ਆਪ ਨੂੰ ਜਿੰਨਾ ਮਰਜ਼ੀ ਚਾਤਰ ਤੇ ਛਾਤਰ ਸਮਝੇ, ਪਰ ਅਮਰੀਕਾ ਨੇ ਉਦੋਂ ਤਾਂ ਨਹੀਂ ਕੁਝ ਕਿਹਾ, ਪਰ ਅੱਜ ਉਹਦੀ ਜਾੜ ਹਟਾਇਆ ਹੋਇਆ ਅਮਰੀਕਾ ਦੀ ਇੰਡੀਆ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜੀ ਇੰਡੀਆ ਨੇ ਅਮਰੀਕਾ ਦੀ ਸੋਵਰਨਟੀ ਨੂੰ ਚੈਲੰਜ ਕੀਤਾ, ਜਿਹੜਾ ਸਾਡੇ ਪੰਥ ਦੇ ਸਿੱਖਾਂ ਦੇ ਕੌਮ ਦੇ ਸਾਡੇ ਪੱਖ ਤੋਂ ਆ, ਉੱਥੇ ਜਾ ਕੇ ਬੰਦੇ ਮਾਰਨ ਦਾ ਪ੍ਰੋਜੈਕਟ ਜਿਹੜਾ ਤੋਰਿਆ ਕਿ ਅਸੀਂ ਤਾਂ ਜੀ ਇੱਥੋਂ ਬੈਠੇ ਹੀ ਸੌਦਾ ਕਰਕੇ ਉੱਥੇ ਆਪਾਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਕਰਵਾ ਦੇਣਾ। ਹੋਰ ਵੀ ਉੱਥੇ ਬਹੁਤ ਸਾਰੇ ਸਾਡੀ ਕੌਮ ਦੇ ਜਿਹੜੇ ਉੱਥੇ ਸਾਡੇ ਹਿਊਮਨ ਰਾਈਟਸ ਵਾਇਲੇਸ਼ਨ ਦੀ ਗੱਲ ਕਰਦੇ ਆ, ਸਾਡਾ ਕੇਸ ਪੁੱਟ ਕਰਦੇ ਆ, ਉਹਨਾਂ ਸਾਰਿਆਂ ਦੇ ਬਾਰੇ ਜਿਵੇਂ ਅਮਰੀਕਾ ਦੇ ਵਿੱਚ ਇੰਡੀਆ ਨੇ ਕਤਲੋਗਾਰਦ ਕਰਾਉਣੀ ਚਾਹੀ, ਉਹ ਵੀ ਇੱਕ ਨੁਕਤਾ ਇਸ ਸਾਰੀ ਗੱਲ ਦੇ ਵਿੱਚ ਹੈ। ਕੁੱਲ ਮਿਲਾ ਕੇ ਅਮਰੀਕਾ ਤੇ ਇੰਡੀਆ ਦੇ ਰਿਲੇਸ਼ਨ ਉਹੋ ਜਿਹੇ ਨਹੀਂ ਹੈਗੇ ਜਿਹੋ ਜਿਹੇ ਇਹ ਦਿਖਾਉਂਦੇ ਰਹੇ। ਰਿਲੇਸ਼ਨ ਕਦੇ ਵੀ ਸਦੀਵੀ ਨਹੀਂ ਹੁੰਦੇ ਤੇ ਅਮਰੀਕਾ ਦੇ ਹਿਸਾਬ ਨਾਲ ਤਾਂ ਹਰੇਕ ਮੁਲਕ ਵਿੱਚ ਘੜੀ ਘੜੀ ਪਲ ਪਲ, ਕਿਸੇ ਵੇਲੇ ਜਦੋਂ ਰੂਸ ਅਫਗਾਨਿਸਤਾਨ ਦੇ ਵਿੱਚ ਬੈਠਾ ਸੀ ਤੇ ਫਿਰ ਤਾਲਿਬਾਨਾਂ ਨੂੰ ਖੜਾ ਕਰਨਾ ਸੀ, ਉਦੋਂ ਪਾਕਿਸਤਾਨ ਦੀ ਧਰਤੀ ਵਰਤਣ ਦੇ ਲਈ ਜਿਵੇਂ ਅਮਰੀਕਾ ਨੇ ਇਸ ਪਾਕਿਸਤਾਨ ਦੇ ਵਿੱਚ
ਪੂਰੇ ਸਾਰੇ ਹਾਈਜੈਕ ਹੀ ਕਰ ਲਿਆ ਸੀ ਸਿਸਟਮ ਨੂੰ। ਤੇ ਬਾਅਦ ਵਿੱਚ ਜਦੋਂ 9/11 ਦੇ ਅਟੈਕ ਤੋਂ ਬਾਅਦ ਅਮਰੀਕਾ ਲਦੇਨ ਨੂੰ ਲੱਭਣ ਲਈ ਐਕਟਿਵ ਹੋਇਆ, ਉਦੋਂ ਪਾਕਿਸਤਾਨ ਦੇ ਬਾਰੇ ਹੋਰ ਤਰ੍ਹਾਂ ਦੀ ਨੀਤੀ ਆ ਗਈ। ਤੇ ਪਾਕਿਸਤਾਨ ਦੇ ਨਾਲ ਅਮਰੀਕਾ ਦੇ ਬਾਰੇ ਇੰਡੀਆ ਦੇ ਲੋਕ ਇਹੀ ਸੋਚਦੇ ਆ ਕਿ ਹਮੇਸ਼ਾ ਹੀ ਰੂਸ ਨਾਲ ਇੰਡੀਆ ਖੜਦਾ ਤੇ ਅਮਰੀਕਾ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਸਿਰ ਤੇ ਹੱਥ ਰੱਖਦਾ। ਤੇ ਇਸ ਦੌਰ ਵਿੱਚ ਵੀ ਆ ਜਿਹੜੀ ਹੁਣ ਘਟਨਾਕ੍ਰਮ ਵਾਪਰੀ ਆ, ਹੁਣ ਸਾਡੇ ਜਿਹੜੇ ਪਿੰਡਾਂ ਤੇ ਬੈਠਣ ਵਾਲੀ ਆਮ ਪ੍ਰਜਾ ਸੰਗਤ ਲੋਕ ਹੁੰਦੇ ਆ, ਬੁੜੇ ਸਾਡੇ ਬਜ਼ੁਰਗ, ਉਹ ਫਿਰ ਉਹੀ ਗੱਲ ਕਹਿੰਦੇ ਆ, ਕਾਕਾ ਤੁਹਾਨੂੰ ਨਹੀਂ ਪਤਾ ਅਮਰੀਕਾ ਨੇ ਹਮੇਸ਼ਾ ਪਾਕਿਸਤਾਨ ਨਾਲ ਹੀ ਖੜਨਾ ਤੇ ਉਧਰ ਹੀ ਉੱਠਣਾ। ਖੈਰ ਗੱਲ ਇਹ ਆ ਜੀ ਵੀ ਇੰਡੀਆ ਦੇ ਇਸ ਵੇਲੇ ਦੇ ਲੀਡਰਾਂ ਨੇ ਭਾਰਤ ਨੂੰ ਸਾਰੇ ਮੁਲਕਾਂ ਦੇ ਨਾਲ ਇੱਕ ਵਿਰੋਧ ਵਾਲੀ, ਇੱਕ ਕੜੱਤਣ ਵਾਲੀ, ਟਕਰਾਅ ਵਾਲੀ ਜਿਹੜੀ ਸਥਿਤੀ ਆ ਉੱਥੇ ਲੈ ਕੇ ਖੜਾ ਕੀਤਾ। ਉਹ ਇੱਥੇ ਇਹ ਟੀਵੀ ਚੈਨਲਾਂ ਤੇ ਬੜਾ ਦਿਖਾਉਂਦੇ ਆ ਕਿ ਪਾਕਿਸਤਾਨ ਦੇ ਨਾਲ ਫਲਾਨਾ ਭਿੜ ਗਿਆ, ਫਲਾਨਾ ਨਹੀਂ ਤੁਰਿਆ, ਪਰ ਇਹ ਆਪਦਾ ਨਹੀਂ ਦੱਸਦੇ ਵੀ ਭਾਰਤ ਦੇ ਆਲੇ ਦੁਆਲੇ ਦੂਰ ਦਰਾਡੇ ਕਿੰਨੇ ਕੁ ਮੁਲਕ ਆ ਜਿਹੜਾ ਜੰਗ ਲੰਘ ਕੇ ਗਈ ਆ। ਇਹਦੇ ਵਿੱਚ 5-4 ਦਿਨ ਚ ਸਾਰਾ ਪਤਾ ਲੱਗ ਹੀ ਗਿਆ ਸੀ ਵੀ ਕਿੱਥੇ ਖੜੀ ਆ ਗੱਲ। ਕੁੱਲ ਮਿਲਾ ਕੇ ਜਿਹੜੇ ਲੀਡਰਸ਼ਿਪ ਆ ਇਹਦੇ ਬਾਰੇ ਜਦੋਂ ਚਰਚਲ ਨੇ 1946-47 ਚ ਕਿਹਾ ਸੀਗਾ ਵੀ ਭਾਰਤ ਦੇ ਵਿੱਚ ਜਿਹੜੇ ਲੀਡਰ ਆ ਜਿਨ੍ਹਾਂ ਦੇ ਕੋਲੇ ਇੰਡੀਆ ਜਿਨ੍ਹਾਂ ਦੇ ਹਵਾਲੇ ਕਰਨ ਲੱਗੇ ਆ, ਇਹ ਘਾਹ ਫੂਸ ਜਿਹਾਈ ਆ ਤੇ ਬੜੀ ਜਲਦੀ ਇਹ ਰੰਗ ਢੰਗ ਦਿਖਾ ਦੇਣਗੇ। ਉਹੀ ਗੱਲ ਸਾਬਤ ਹੋ ਰਹੀ ਆ। ਤੇ ਹੁਣ ਵਾਲੇ ਤਾਂ ਜਿਹੜੇ ਆਪਦੇ ਮੁਲਕ ਦੀ ਇੱਕ ਸੀਨੀਅਰ ਜਿਹੜੀ ਫੌਜ ਦੀ ਵੱਡੀ ਕਰਨਲ ਜਰਨਲ ਵੱਡੇ ਅਫਸਰ ਆ ਜਿਹੜੇ ਆ, ਜਦੋਂ ਜੰਗ ਹੋਈ ਆ ਜਿਹਨੂੰ ਵਿਚਾਰੀ ਨੂੰ ਸੀਟ ਦੇਤੀ ਇਸ ਕਰਕੇ ਵੀ ਚਲੋ ਜੀ ਅਸੀਂ ਜਿਹੜਾ ਹੈਗਾ ਵਕਤ ਬਚਾ ਰਹੇ, ਉਹ ਇਹ ਮੈਡਮ ਕਰੈਸ਼ੀ ਦੇ ਬਾਰੇ ਜੋ ਭਕਾਈ ਮਾਰੀ ਗਈ ਉਹ ਬਿੱਜੂ ਸ਼ਾਹ ਪਤਾ ਨਹੀਂ ਕੀ, ਤੇ ਉਹ ਫਿਰ ਉਹਦੇ ਤੇ ਰਾਤ ਕਹਿੰਦੇ ਵੀ ਕੱਲ ਹਾਈ ਕੋਰਟ ਨੇ ਉੱਥੇ ਲੋਕਲ ਮੁਕੱਦਮਾ ਦਰਜ ਕਰਨ ਦੀ ਗੱਲ ਕੀਤੀ, ਪਰਚਾ ਦਰਜ ਹੋਇਆ, ਫਿਰ ਉਹ ਸੁਪਰੀਮ ਕੋਰਟ ਚਲੇ ਗਿਆ। ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਡੱਕਰਤਾ ਵੀ ਤੂੰ ਗੰਦ ਕਿੰਨਾ ਪਾਉਣਾ, ਤੇਰੀ ਬੋਲੀ ਕਿੰਨੀ ਗੰਦੀ ਆ। ਹੁਣ ਤਾਂ ਉਹਦਾ ਸਾਰਾ ਰਿਕਾਰਡ ਹੀ ਆ ਗਿਆ ਇੱਥੇ, ਸੋਸ਼ਲ ਮੀਡੀਆ ਦਾ ਜ਼ਮਾਨਾ, ਕਿ ਉਹਦਾ ਆਦੀ ਇਹੋ ਜਿਹਾ ਕੰਮ ਆ ਵੀ ਗੰਦ ਬਕਦਾ ਉਹ ਧੀਆਂ ਭੈਣਾਂ ਦੇ ਮਸਲੇ 'ਚ। ਤੇ ਉਹ ਚਲੋ ਇੱਕ ਦੂਜੇ ਨਾਲ ਜਦੋਂ ਆਪਾਂ ਸਿਆਸੀ ਤੌਰ ਤੇ ਦੇਖਦੇ ਹਾਂ ਵਿਰੋਧ ਜਿਹੜਾ ਹੈ ਉਹ ਬਣਿਆ, ਤੇ ਇੱਕ ਥੋੜਾ ਜਿਹਾ ਕਟਾਕਸ਼ ਕਰ ਲੈਣਾ ਜਾਂ ਵਿਅੰਗ ਕਰ ਲੈਣਾ ਇਹ ਵੀ ਚੱਲ ਜਾਂਦਾ, ਪਰ ਇੱਕ ਬਿਲਕੁਲ ਹੀ ਅਖਲਾਕਹੀਣ ਕਿਰਦਾਰ ਕੁਸ਼ੀ ਕਰਨ ਵੱਲ ਨੂੰ ਤੁਰ ਪੈਣਾ, ਕੋਈ ਲੁੱਚੀ ਜਿਹੀ ਗੱਲ ਕਹਿਣੀ, ਇਹ ਕਈ ਇਹੋ ਜਿਹੇ ਹੈਗੇ ਆ ਇੱਥੇ ਬੰਦੇ। ਉਹ ਇਹ ਜਿਹੜਾ ਚੱਕਰ ਵਾ ਉਸ ਬਿੱਜੂ ਸ਼ਾਹ ਦਾ ਇਹੋ ਜਿਹੇ ਬਾਕੀ ਨੇ। ਜੇ ਤੁਸੀਂ ਕਹੋ ਨਾ ਵੀ ਬਾਕੀ ਚੰਗੇ ਆ, ਚਲ 2-4 ਨੇ, ਜਿਹਨੂੰ ਮਰਜ਼ੀ ਦੇਖ ਲਓ, ਇੱਥੇ ਤਾਂ ਇਹੋ ਜਿਹੇ ਮੁੱਖ ਮੰਤਰੀ ਬਣੇ ਫਿਰਦੇ ਆ ਜਿਹੜਾ ਕਹਿੰਦਾ ਵੀ ਮੁਸਲਮਾਨ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਕਿਉਂਕਿ ਦਫਨਾਇਆ ਜਾਂਦਾ, ਉਹਨਾਂ ਨੂੰ ਫਿਰ ਕਬਰ ਚੋਂ ਕੱਢੋ ਤੇ ਉਹਨਾਂ ਨਾਲ ਰੇਪ ਕਰੋ। ਦੱਸੋ, ਆ ਇਸ ਮੁਲਕ ਦੇ ਸੀਐਮ ਨੇ। ਤੋ ਜਿਹੜਾ ਇਹ ਮੁਲਕ ਆ ਜੀ, ਇਸ ਮੁਲਕ ਦੇ ਬਾਰੇ ਤਾਂ ਕਈ ਪਰ ਮੁੰਡੇ ਹੱਸਦੇ ਹੁੰਦੇ ਆ ਕਿ ਇਹ ਤਾਂ ਜੀ ਹੁਣ ਸਾਰੇ ਭਾਰਤ ਦੇ ਵਿੱਚੋਂ ਕੋਈ ਦੇਸ਼ ਭਗਤਾਂ ਦਾ ਇੱਕ ਸਿਰ ਲੱਥ ਜੱਥਾ ਪੈਦਾ ਹੋਵੇ, ਜਿਨ੍ਹਾਂ ਦੇ ਸਿਰਾਂ ਤੇ ਖੱਫੜ ਬੰਨੇ ਹੋਣ ਤੇ ਉਹ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੋਣ। ਉਹ ਡੌਂਕੀ ਡਾਂਕੀ ਲਾ ਕੇ ਕਿਸੇ ਮਾੜੇ ਚੰਗੇ ਤਰੀਕੇ ਨਾਲ 500-700 ਬੰਦਾ ਇੰਗਲੈਂਡ ਪਹੁੰਚੇ ਤੇ ਉੱਥੇ ਪਾਰਲੀਮੈਂਟ ਦੇ ਵਿੱਚ ਧੱਕੇ ਧੁੱਕੇ ਨਾਲ, ਹੀਰਾ ਫੇਰੀ ਨਾਲ, ਚੋਰੀ ਚਪਾਰੀ ਨਾਲ ਫੜ ਜੇ ਤੇ ਉੱਥੇ ਜਾ ਕੇ ਅੰਦਰ ਪੈਰ ਫੜ ਦੇਵੇ ਸਾਰੇ ਜਿਹੜੇ ਅਮਰੀਕਨ ਉੱਥੇ ਇੰਗਲੈਂਡ ਦੇ ਪਾਰਲੀਮੈਂਟ ਦੇ ਵਿੱਚ ਬੈਠੇ, ਬਈ ਜੀ ਇੰਡੀਆ ਚੱਲੋ, ਤੁਸੀਂ ਤਾਂ 1947 ਚ ਖੜਾ ਛੁਡਾ ਕੇ ਆ ਗਏ ਤੇ ਸਾਡੇ ਤਾਂ ਜਿਹੜੇ ਉੱਥੇ ਦੁਰਗਤੀ ਜਿਨ੍ਹਾਂ ਦੇ ਤੁਸੀਂ ਹਵਾਲੇ ਕਰਕੇ ਆਏ ਹੋ, ਸਾਡਾ ਤਾਂ ਬਹੁਤ ਬੁਰਾ ਹਾਲ ਆ, ਅਸੀਂ ਤੁਹਾਡੇ ਕੋਲੇ ਉਹਨਾਂ ਨਾਲੋਂ ਲੱਖ ਦਰਜੇ ਚੰਗੇ, ਸਾਨੂੰ ਉਹ ਗੁਲਾਮੀ ਚੰਗੀ ਆ ਜੀ। ਇਹ ਜਿਹੜੀ ਅੱਜ ਦੀ ਆਜ਼ਾਦੀ ਆ, ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਲੋਕ ਕਹਿੰਦੇ ਆ ਹੁਣ ਤਾਂ ਇੰਡੀਆ ਦੇ ਵਿੱਚ ਥਾਂ ਦੇ ਉੱਤੇ ਇਹ ਨਾਰੇ ਲੱਗਣੇ ਚਾਹੀਦੇ ਆ, ਸਾਈਮਨ ਕਮ ਬੈਕ। ਅੱਗੇ ਹੋਇਆ ਸੀ ਨਾ ਉਹ ਜਦੋਂ ਭਗਤ ਸਿੰਘ ਵਾਲੀ ਸਾਰੀ ਕਹਾਣੀ ਚ ਲਾਲਾ ਲਾਜਪਤ ਰਾਏ ਵਾਲੀ ਗੱਲ, ਸਾਈਮਨ ਗੋ ਬੈਕ, ਕਹਿੰਦਾ ਹੁਣ ਸਾਈਮਨ ਕਮ ਬੈਕ, ਵੀ ਆ ਜਾ ਭਾਈ ਸਾਨੂੰ ਬਚਾ ਜਾ ਸਾਈਮਨ। ਆ ਜਿਹੜੇ ਲੋਕ ਨੇ ਇਹ ਚਲੋ ਹਾਸੇ ਨਾਲ ਤਾਂ ਗੱਲ ਹਾਸੇ ਦੀ ਰਹੀ, ਪਰ ਜਿਹੜਾ ਇਹ ਸਾਰਾ ਜੰਗੀ ਮਾਹੌਲ ਆ ਜੀ, ਇਹਦੇ ਕਰਕੇ ਬਹੁਤ ਕੁਝ ਨੰਗਾ ਹੋਇਆ। ਇੱਕ ਤਾਂ ਹੁਣ ਵਰਲਡ ਲੈਵਲ ਦੇ ਮੀਡੀਆ 'ਚ ਇਹ ਚਰਚਾ ਜ਼ਿਆਦਾ ਹੋ ਰਹੀ ਆ ਕਿ ਕਿਹੜੇ ਮੁਲਕ ਦਾ ਕਿਹੜਾ ਵੈਪਨ ਚੰਗਾ।
ਚਾਈਨਾ ਨੇ ਆਪਦਾ ਅਸਲਾ ਵਰਤ ਕੇ ਦੇਖ ਲਿਆ। ਇੰਡੀਆ ਤੇ ਪਾਕਿਸਤਾਨ ਨੇ ਜਦੋਂ ਇਹ ਜੰਗੀ ਹਥਿਆਰ ਵਰਤੇ, ਉਦੋਂ ਦੁਨੀਆ ਭਰ ਦੇ ਜਿਹੜੇ ਜੀਓਪੋਲਿਟੀਕਲ ਸਾਰੀ ਗੱਲ ਨੂੰ ਦੇਖਣ ਵਾਚਣ ਵਾਲੇ ਨੇ, ਉਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਅਸਲਾ ਜਿਹੜਾ ਆਰਮ, ਇਹ ਬੜੀ ਵੱਡੀ ਗੱਲ ਹੁੰਦੀ ਆ। ਉਹ ਇਹਦੇ ਵਿੱਚ ਵੀ ਬੜਾ ਕੁਝ ਲੁਕਿਆ ਛਿਪਿਆ ਹੁੰਦਾ ਕਿਸੇ ਮੁਲਕ ਦੀ, ਜਾਂ ਕਿਸੇ ਮੁਲਕ ਚੋਂ ਜਿਹੜਾ ਪ੍ਰੋਡਕਸ਼ਨ, ਜਿੱਥੇ ਪ੍ਰੋਡਕਸ਼ਨ ਹੋ ਰਹੀ ਆ ਉਸ ਵੈਪਨ ਦੀ, ਉਹ ਕਿਹੜੇ ਮੁਲਕ ਦਾ ਕਿਹੜਾ ਹਥਿਆਰ ਚੰਗਾ, ਉਹਦੇ ਸ਼ੇਅਰ ਕਿਵੇਂ ਵਧਣ ਤੇ ਕਿਵੇਂ ਡਿੱਗਣ ਘਟਣ, ਕਿਹੜੀ ਖਬਰ ਰੋਕਣੀ ਆ ਵੀ ਸਾਡਾ ਜਹਾਜ਼ ਤਾਂ ਡਿੱਗਿਆ ਹੀ ਨਹੀਂ। ਇਹ ਸਾਰਾ ਕੁਝ ਵੀ ਇਹ ਪਿਛਲੇ 2-3 ਦਿਨ ਜਿਹੜਾ ਜੰਗੀ ਮਾਹੌਲ ਸੀ, ਉਹ ਤੋਂ ਬਾਅਦ ਵਿੱਚ ਅੱਜ ਦੇ ਵਰਲਡ ਮੀਡੀਆ 'ਚ ਬਹੁਤ ਵੱਡੀ ਇਸ ਗੱਲ ਤੇ ਚਰਚਾ ਛਿੜੀ ਹੋਈ ਹੈ। ਹੁਣ ਜਿਹੜੀਆਂ ਮਨੁੱਖੀ ਜਾਨਾਂ ਗਈਆਂ ਨੇ ਜਾਂ ਹੋਰ ਜਾਣ ਵਾਲੀਆਂ ਸੀ, ਉਹਨਾਂ ਦੀ ਤਾਂ ਹੁਣ ਚਰਚਾ ਦਿਨੋਂ ਦਿਨ ਘਟਦੀ ਜਾ ਰਹੀ ਹੈ। ਹੁਣ ਤਾਂ ਇਹ ਆ ਕਿ ਜੀ ਦੇਖੋ, ਸਾਡਾ ਜਹਾਜ਼ ਜਾਂ ਸਾਡੀ ਫਲਾਨੀ ਤੋਪ ਜਾਂ ਸਾਡਾ ਫਲਾਨਾ ਵੈਪਨ ਕਾਮਯਾਬ ਰਿਹਾ, ਦੇਖੋ ਜੀ ਸਾਡੀ ਬਣਾਈ ਹੋਈ ਚੀਜ਼ ਨੇ, ਉਹਨਾਂ ਦਾ ਡਰੋਨ ਫਲਾਨਾ ਥਾਂ ਤੋਂ ਫੜ ਲਿਆ, ਟੱਪਣ ਨਹੀਂ ਦਿੱਤਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਮਤਲਬ ਕੁੱਲ ਮਿਲਾ ਕੇ ਇੱਕ ਪ੍ਰਯੋਗਸ਼ਾਲਾ ਜੀ ਵਾਂਗੂ ਇਹ ਸਾਰਾ ਜਿਹੜਾ ਖਿੱਤਾ ਜਿੱਥੇ ਇਹ ਹੋਇਆ ਸਾਰਾ ਕੁਝ ਇਹ ਹੋ ਗਿਆ। ਸ਼ੁਕਰ ਕਰੋ ਵੀ ਛੇਤੀ ਕੰਮ ਨਿਬੜ ਗਿਆ, ਤੇ ਜੇ ਵੱਡੇ ਇਦੋਂ ਵੀ ਜ਼ਿਆਦਾ ਲੜਾਈ ਲੰਮੀ ਹੁੰਦੀ, ਅਗਲਿਆਂ ਦੇ ਤਾਂ ਹਥਿਆਰ ਪਰਖੇ ਜਾਣੇ ਸੀ ਤੇ ਸਾਡਾ ਕੁੰਡਾ ਹੋ ਜਾਣਾ ਸੀ। ਤੇ ਜਿਹੜੇ ਇਸ ਗੱਲ ਦੇ ਵਿੱਚ ਅੰਨੀ ਦੇ ਥੇ ਨਫ਼ਰਤ ਫੈਲਾਉਣ ਵਾਲੇ, ਜੰਗੀ ਮਾਨਸਿਕਤਾ ਵਾਲੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਮੁਹੱਬਤ, ਮਨੁੱਖਤਾ, ਸਰਬੱਤ ਦਾ ਭਲਾ, ਉਹ ਪਰਾਂ ਬੈਠੇ, ਦੂਰ ਬੈਠੇ। ਹੋਰ ਤਾਂ ਹੋਰ ਜਿਹੜੇ ਯੂਪੀ ਬਿਹਾਰ ਦੇ ਲੇਬਰ ਕਰਦੇ ਇੱਥੇ ਪੰਜਾਬ ਦੇ ਵਿੱਚ, ਜਿਨ੍ਹਾਂ ਦੀ ਜਦੋਂ ਕੋਈ ਮਾੜੀ ਜੀ ਕਿਸੇ ਗੜਬੜ ਤੋਂ ਬਾਅਦ ਪੰਜਾਬ ਦੇ ਲੋਕ ਕਹਿੰਦੇ ਆ ਵੀ ਇਹਨਾਂ ਨੂੰ ਭਜਾਓ ਪਰਾਂ ਇੱਥੇ, ਉਹ ਹੁਣ ਇਸ ਦੌਰ ਵਿੱਚ ਟ੍ਰੇਨਾਂ ਭਰ ਭਰ ਕੇ ਭੱਜ ਗਏ। ਤੇ ਜੇਕਰ ਕਿਸੇ ਨੇ ਪੁੱਛਿਆ, ਤੇ ਅਨਪੜ੍ਹ ਜੇ ਬੰਦੇ ਹੋਣਗੇ, ਉਹ ਲੱਗਦਾ ਹੋਊ ਵੀ ਇਹਨਾਂ ਨੂੰ ਤਾਂ ਕੋਈ ਅਕਲ ਹੀ ਨਹੀਂ, ਪਰ ਉਹ ਕਹਿੰਦੇ ये पंजाब तो पंजाबियों का है ना, हम तो यहाँ तब आएंगे ना जब गोली नहीं चलेगी, यहाँ पर गोली चल रही। देखो जी, एक ਤਾਂ ਸਾਡੇ ਲੋਕ ਨੇ, ਜੇ ਕਿਤੇ ਤੋਪ ਦਾ ਗੋਲਾ ਜਾਂ ਕੋਈ ਹੋਰ ਚੀਜ਼ ਜਾਂ ਜਹਾਜ਼ ਡਿੱਗ ਪਿਆ, ਭੱਜੇ ਜਾਂਦੇ ਆ ਦੇਖਣ, ਹਾਲਾਂਕਿ ਰੋਕਣਾ ਪੈਂਦਾ ਉਹਨਾਂ ਨੂੰ ਵੀ ਭਾਈ ਪਤਾ ਨਹੀਂ ਹੁੰਦਾ, ਬਾਅਦ ਚ ਵੀ ਨੁਕਸਾਨ ਹੋ ਸਕਦਾ। ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਆ ਇੱਥੇ ਕਮਾਉਣ ਤਾਂ ਆਵਾਂਗੇ, ਖਾ ਵੀ ਲਵਾਂਗੇ, ਤੁਹਾਡੇ ਮੁਲਕ ਦਾ, ਤੁਹਾਡੇ ਇਸ ਖਿੱਤੇ ਦਾ ਧਰਮ ਦਾ ਨਾਸ਼ ਕਰਨਾ ਹੋਵੇ ਸਾਨੂੰ ਵਰਤੋ, ਤੁਹਾਡੇ ਬੋਲੀ ਦਾ, ਤੁਹਾਡੇ ਸੱਭਿਆਚਾਰ ਦਾ, ਤੁਹਾਡੇ ਸਾਰੇ ਕਸ ਦਾ ਖਰਾਬਾ ਕਰਨਾ ਹੋਵੇ, ਅਸੀਂ ਹਾਜ਼ਰ। ਪਰ ਜੇਕਰ ਇੱਥੇ ਮਰਨ ਮਾਰਨ ਦਾ ਸਵਾਲ ਹੋ ਗਿਆ, ਫਿਰ ਪੰਜਾਬ ਪੰਜਾਬੀਆਂ ਦਾ। ਮੈਨੂੰ ਚੇਤੇ ਆ, ਇੱਕ ਵਾਰੀ ਅਸੀਂ ਦਲ ਖਾਲਸਾ ਵੱਲੋਂ ਉਹ ਧਿਰਾਂ ਨਾਲ ਲੈ ਕੇ 2004-05 ਦੇ ਵਿੱਚ ਮਾਈਗ੍ਰੈਂਟ ਲੇਬਰ, ਪੰਜਾਬ ਦੀ ਧਰਤੀ ਉੱਤੇ ਬਾਹਰੋਂ ਆ ਰਹੇ ਲੋਕਾਂ ਦਾ ਹੜ੍ਹ, ਗੈਰ ਪੰਜਾਬੀ ਵਸੋਂ ਦੇ ਕਰਕੇ ਸਾਡੇ ਖਿੱਤੇ ਨੂੰ ਜਿਹੜੀ ਸਮੱਸਿਆ ਆ ਰਹੀ, ਇਹਦੇ ਉੱਤੇ ਸੈਮੀਨਾਰ, ਮੀਟਿੰਗਾਂ, ਪ੍ਰੋਟੈਸਟ ਵਗੈਰਾ ਦਾ ਇੱਕ ਪ੍ਰੋਗਰਾਮ ਲੰਬਾ ਚੌੜਾ ਉਲੀਕਿਆ। ਉਹਦੇ ਵਿੱਚ ਕਈ ਜਿਹੜੇ ਨਾਰੇ, ਸਲੋਗਨ ਉੱਭਰੇ। ਇੱਕ ਸੀ ਪੰਜਾਬ ਪੰਜਾਬੀਆਂ ਦਾ। ਹੁਣ ਮਰਾਠਾ ਕੌਮ ਉੱਥੇ ਕਹਿੰਦੇ ਆ ਮਹਾਰਾਸ਼ਟਰ ਸਾਡਾ ਵਾ, ਬੰਗਾਲ ਵਾਲੇ ਕਹਿੰਦੇ ਆ ਇੱਥੇ ਸਾਡੀ ਬੋਲੀ ਦਾ ਖਰਾਬਾ ਨਾ ਹੋ ਜੇ, ਬੰਗਾਲ ਬੰਗਾਲੀਆਂ ਦਾ। ਪਰ ਕਲਕੱਤੇ ਤੋਂ ਇੱਕ ਸਿੱਖ ਦਾ ਭਰਾ ਦਾ ਮੈਨੂੰ ਫੋਨ ਆਇਆ, ਉਹ ਤੇ ਨੰਬਰ ਮੇਰਾ ਸੀਗਾ, ਜਿਹੜਾ ਸਟicker ਸੀ, ਉਹ ਕਿਤੇ ਰੇਲ ਦੇ ਟ੍ਰੇਨ ਦੇ ਡੱਬੇ ਦੇ ਅੰਦਰ ਕਿਤੇ ਲੱਗ ਲੋ ਗਿਆ ਹੋਣਾ ਪੋਸਟਰ, ਉਹ ਸਟicker ਜਿਹਾ। ਉਹ ਤੋਂ ਪੜ੍ਹ ਕੇ ਮੈਨੂੰ ਪਿੱਟਣ ਲੱਗ ਗਿਆ, ਕਹਿੰਦਾ ਜੀ ਤੁਸੀਂ ਸਾਨੂੰ ਬਾਹਰ ਬੈਠਿਆਂ ਨੂੰ ਬਰਵਾ ਦੇਣਾ ਤੇ ਫਿਰ ਸਾਨੂੰ ਇੱਥੋਂ ਕੱਢ ਦੇਣਗੇ। ਮੈਂ ਕਿਹਾ ਵੀ ਆਪਣੇ ਪੰਜਾਬ ਤੋਂ ਬਾਹਰ ਜੇਕਰ ਤੁਸੀਂ ਸਾਰੇ ਵੀ ਰਲ ਕੇ ਨਾ ਗਿਣ ਲਈਏ ਵੀ ਇੰਨੇ ਪੰਜਾਬ ਦੇ ਬੰਦੇ ਬਾਹਰ ਗਏ ਹੋਏ ਨੇ ਭਾਰਤ, ਤੇ ਇੱਥੇ ਜਿਹੜੇ ਸਾਡੇ ਪੰਜਾਬ 'ਚ ਥੋੜੀ ਥਾਂ ਲੈਣ ਆ ਰਹੇ ਨੇ, ਉਹ ਉਹਦੇ ਨਾਲੋਂ ਬਾਹਲਾ ਨਹੀਂ ਤਾਂ 30 ਗੁਣਾ ਜ਼ਿਆਦਾ। ਤੇ ਜੇ ਕੌਮ ਦੇ ਹਿਸਾਬ ਨਾਲ ਦੇਖਿਆ ਮਿੱਤਰਾ, ਕਾਫੀ ਬਹਿਸ ਕੀਤੀ, ਪਰ ਅਖੀਰ ਉਸ ਬੰਦੇ ਨੇ ਮੋਟੇ ਤੌਰ ਤੇ ਇਹ ਗੱਲ ਮੰਨ ਲਈ ਕਿ ਜੇ ਇਹਨਾਂ ਦੀ ਇੰਨੀ ਬਹੁ ਗਿਣਤੀ ਹੋ ਗਈ ਤੇ ਫੇਰ ਤਾਂ ਕੰਮ ਖਤਰੇ ਆ। ਤੋਂ ਅੱਜ ਜਦੋਂ ਕਰੋਨਾ ਵਾਲਾ ਦੌਰ ਆਇਆ ਸੀ, ਉਦੋਂ ਵੀ ਭੱਜ ਗਏ ਸੀ, ਤੇ ਅੱਜ ਫੇਰ ਇਹ ਲੋਕ ਪੰਜਾਬ ਨਾਲ ਨਾ ਵਫਾ ਕਰ ਸਕਦੇ ਆ, ਤੇ ਨਾ ਇਹਨਾਂ ਨੇ ਪੰਜਾਬ ਲਈ ਲੜਨਾ ਮਰਨਾ।
ਹਾਂ, ਭਾਰਤ ਦਾ ਸਿਸਟਮ ਇਹਨਾਂ ਦੀ ਪਿੱਠ ਤੇ ਖੜਾ। ਉਹ ਕਹਿੰਦੇ ਆ ਇਹਨਾਂ ਨੂੰ ਹੱਥ ਲਾ ਕੇ ਦਿਖਾਓ, ਇਹ ਤੇ ਕ੍ਰਾਈਮ ਵੀ ਕਰਨਗੇ, ਇੱਥੇ ਸਾਰਾ ਕੁਝ ਗਲਤ ਕਰਨਗੇ, ਪਰ ਅਸੀਂ ਜਾਣਦੇ ਹਾਂ ਨਾ ਵੀ ਇਹਨਾਂ ਦੀ ਤੁਹਾਨੂੰ ਖਰਾਬ ਕਰਨ ਦੀ ਕਿੰਨੀ ਲੋੜ ਆ ਸਿਸਟਮ ਨੂੰ, ਇੰਡੀਅਨ ਸਿਸਟਮ। ਸੋ ਜਿਹੜੇ ਮਾਈਗ੍ਰੇਟ ਲੇਬਰ ਹੈ, ਇਹਨੂੰ ਕਮਾਲ ਦੀ ਇੱਕ ਗੱਲ ਹੈ ਕਿ ਇੱਥੋਂ ਦਾ ਭੱਜੇ ਜਾਨ ਬਚਾਉਣ ਲਈ ਕਿ ਇੱਥੇ ਸਾਡੀ ਜਾਨ ਨੂੰ ਖਤਰਾ। ਤੇ ਜਦੋਂ ਬਿਹਾਰ ਬੰਗਾਲ ਜਾ ਕੇ ਉਤਰੇ ਆਪੋ ਆਪਦੇ 2000 3000 ਕਿਲੋਮੀਟਰ ਪਰਾਂ ਜਾ ਕੇ, ਉੱਥੇ ਜਦੋਂ ਚੈਨਲਾਂ ਵਾਲਿਆਂ ਨੇ ਪੁੱਛਿਆ ਕਿ ਤੁਸੀਂ ਪੰਜਾਬ ਤੋਂ ਕਿਉਂ ਆ ਗਏ, कहते वहां माहौल खराब हो रहा है। कहते आप क्या कहते हो? कहता पाकिस्तान को वापस लाना चाहिए, पाकिस्तान के परखच्चे उड़ा देने चाहिए, पाकिस्तान का ये हो जाना चाहिए, पाकिस्तान का वो हो जाना चाहिए। उन्हें पाकिस्तान के खिलाफ जंग होण होवे क्योंकि असीं निकले आए। देखो क्या कमाल की फितरत है जी इन्हां लोकां दी। उमर अब्दुल्ला नूं एक इंटरव्यू करने वाला पहुंचा इंडियन, क्योंकि इंडियन का पता लग जाता उन्होंने कश्मीर का या पंजाब का दर्द नहीं होता। सब को पहली शर्त ही है उन्होंने इंडिया का बड़ा ख्याल होता, देश भक्ति। ते जदों उन्हें सवाल जवाब किए एंड दे उत्ते किते पुछ बैठे आ कोई तिखी गल जंग बारे, तो मिस्टर अब्दुल्ला ने कहा कि जेडे थोड़े नोएडा दे विच चैनल खोली बैठे आ ना, उन्हां सारिआं नूं इत्थे लिआओ, रजौरी पुंछ ते इस इलाके दे विच असीं देंगे फैसिलिटियां, उन्हां दे इत्थे चैनलों के दफ्तर खोलो ते फिर इत्थे बह के कहण भी जंग शुरू होवे, फिर पता लग जूगा गल दा भी जंग लगनी चाहिए कि नहीं। यही गल मैं पिछले 15-20 दिन च बार-बार कही है। मैनूं बड़ी खुशी है कि भावें असीं पंजाब तो अमृतसर तो बैठ के मैं ये गल कह रहा सी ते साडा जिहड़ा TV 84 है वो अमेरिका तो ते बाद विच YouTube चैनल राहीं सारे होर मुल्कां च जदों देखिया जांदा है, नंबर कई पासे कोई बंदा अरेंज कर लेंदा। मैनूं पिछले दिनां च ਅੱਡ-ਅੱਡ ਮੁਲਕਾਂ ਚੋਂ ਸਾਡੇ ਵੀਰਾਂ ਦੇ ਭਰਾਵਾਂ ਦੇ ਫੋਨ ਆਏ, ਨਾਲੇ ਤਾਂ ਇਹ ਕਹਿਣ ਕਿ ਯਾਰ ਤੂੰ ਇੱਥੇ ਬੈਠਾ ਇੰਡੀਆ 'ਚ ਕੋਈ ਦਿੱਤਾ ਕੋਈ ਪੰਗਾ ਨਾ ਗਲ ਪੈ ਜੇ, ਪਰ ਸਾਰਿਆਂ ਨੇ ਕਿਹਾ ਕਿ ਜਿਵੇਂ ਤੂੰ ਆਪਦੀ ਕੌਮ ਦਾ ਆਪਦੇ ਬੰਦਿਆਂ ਦਾ ਸੋਚਿਆ ਤੇ ਜਿਹੜੀ ਤੂੰ ਇਹ ਗੱਲ ਠੋਕ ਵਜਾ ਕੇ ਕਹੀ ਹੈ ਨਾ ਘਮਾਣ ਕਿ ਜੇ ਆਪਦੇ ਲੋਕਾਂ ਦਾ ਆਪਦੀ ਕੌਮ ਦਾ ਪੰਜਾਬ ਦਾ ਪੰਥ ਦਾ ਪੱਖ ਰੱਖਣਾ ਗਦਾਰੀ ਹੁੰਦੀ ਆ, ਫਿਰ ਅਸੀਂ ਗਦਾਰ ਹੀ ਠੀਕ ਆ। ਇਹ ਗੱਲ ਬਹੁਤ ਵਧੀਆ ਲੱਗੀ ਸਾਨੂੰ। यही गल अज मैनू मिस्टर उमर अब्दुल्ला के पक्ष तो लगी है कि उन्हें भी यही किया। अज साडे पंजाब दे विच जिहड़े केसाधारी हिंदू रखते तां केस ने सिखा वांगू, सिखा दे घरे जम्मे आ, सिखा दे वांगू ही आपदे नौ रखे हुए ने, पग्गां भी बन लेंदे आ, पर सोच सारी हिंदू वाली। उन्होंने पिछले दिनों के विच बड़ा जी भारत माता की जय, तो इन्हां केसाधारी हिंदुओं को हुण बेनती करते हैं कि भाई तुसीं भी कोई बड़ा प्रोग्राम लिखो ते जिन्ने नोडा दे विच दफ्तर ने ना, आ जिहड़ी चित्रा त्रिपाठी अंजना फलानी, इन्हां सारिआं नूं हत्थ पैर बन के कहो भी खेम करन लोपो के बाघा बार्डर इन्हां थावां दे उत्ते अपने दफ्तर खोलो ते असीं उहनूं रोटी पानी दा चाह पानी दा चलो मान लेने साडे वाली मक्की दी रोटी सरों का साग जां होर चीज़ां थोड़े फिट नहीं बैठणगीआं, तुसीं शहरनामा बीबीआं तुहानूं मैकडोनल्ड तो तुहानूं KFC तो तुहानूं थोड़े हिसाब दीआं चीज़ां पीरे बर्गर लिया दिया करांगे, पर इत्थे 5 दिन जंग दे माहौल दे विच बह के जिहड़ी तुसीं उत्थे भकाई मारदिआं ना ओह मारो ते आपे अगर आ जूगी। ये दूरों ही चंगी लगती है जां टैलीविजन के पर्दे ते चंगी लगती है जंग जो सिर ते पैंदी है उन्हां नूं पता, खास तौर पर वह जंग जिहदे नाल साडा कोई सरोकार ही नहीं। अखे जी उत्थे पहलगाम दे विच टैरोरिस्टां ने अटैक किया, आ सारा रंडी रोड़ा निबड़न तो बाद हुण मोदी दस दे कि वो कित्थों दे सी, कौन सी, वो मारते कि जिउंदे, कोई है जवाब इस गल दा? इन्ना यब खड़ा किया, इन्ना पैसा इन्ना साधन खर्चा गया, मसा 15-20 लाख रुपया खर्चना पैना सीगा, उस खिते दे विच पता लग जाना सी। पर जिहड़े वो कातल सी अज तक उन्हां नूं नहीं कुछ होया। आ सारे संसार दे विच कोई जरूर करा ली। आ इन्हां दी नीति पॉलिसी है जी।
ਤੇ ਅੱਜ ਦੀ ਤਰੀਕ ਵਿੱਚ ਜਿਹੜਾ ਹੁਣ ਆਹ ਲੰਘ ਕੇ ਗਿਆ ਦੌਰ, ਇਹਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਵਾਲੀ ਧਿਰ ਨੇ ਥਾਂ ਥਾਂ ਦੇ ਉੱਤੇ ਜਲਸੇ ਮੁਜ਼ਾਹਰੇ ਕੀਤੇ ਆ, ਚੰਗੀ ਗੱਲ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਚਾਹੀਦਾ, ਤਿਆਰੀ ਰੱਖਣੀ ਚਾਹੀਦੀ ਆ, ਕਿਉਂਕਿ ਹੁਣ ਫੇਰ ਲੋਕਾਂ ਨੂੰ ਲੱਗਦਾ ਕਿ ਇੰਡੀਆ ਦਾ ਅੰਦਰੋਂ ਜਿਹੜਾ ਇਹਨਾਂ ਨੇ ਤੱਤਾ ਕੀਤਾ ਹੋਇਆ ਸੀ ਨਾ, ਵਰਗ ਪ੍ਰੈਸ਼ਰ ਪੈ ਰਿਹਾ, ਦਬਾਅ ਪੈ ਰਿਹਾ ਮੋਦੀ ਹੁਣਾਂ ਤੇ ਕਿ ਤੁਸੀਂ ਕਾਹਨੂੰ ਜੰਗਬੰਦੀ ਕਰ ਲਈ, ਚੱਕ ਦੇਣੇ ਸੀ ਫੱਟੇ। ਕਿਉਂ ਪੈ ਰਿਹਾ? ਕਿਉਂਕਿ ਜਿਹੜਾ ਅਮਿਤ ਸ਼ਾਹ ਆਇਆ ਨਾ, ਉਹਦੀ ਇੱਕ ਪਾਰਲੀਮੈਂਟ ਦੇ ਵਿੱਚ ਤਕਰੀਰ ਕੀਤੀ ਹੋਈ ਆ ਕਿ ਫਲਾਨੀ ਜੰਗ ਮੌਕੇ ਫੌਜਾਂ ਜਿਹੜੀਆਂ ਸੀ ਉਹ ਪਾਕਿਸਤਾਨ 'ਚ ਪਹੁੰਚ ਗਈਆਂ ਸੀ, ਉੱਥੇ ਫਲਾਨਾ ਇਲਾਕਾ ਦੱਬ ਲਿਆ, ਧਮਕਾਨਾ ਇਲਾਕਾ ਦੱਬ ਲਿਆ, ਪੀਓਕੇ ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਆ ਉੱਥੇ ਪਹੁੰਚ ਗਈ ਸੀ ਫੌਜ। ਇਹ ਤਾਂ ਕਹਿੰਦਾ ਉਸ ਮੌਕੇ ਦੇ ਕਾਂਗਰਸੀ ਲੀਡਰ ਜਿਹੜੇ ਆ ਉਹਨਾਂ ਨੇ ਸੀਜ਼ ਫਾਇਰ ਕਰ ਲਿਆ। ਗੱਲ ਫਿਰ ਉਦੋਂ ਦੀ ਗੱਲ ਪਈ ਹੋਈ ਆ, ਨਹੀਂ ਹੁਣ ਨੂੰ ਕਦੋਂ ਦਾ ਕੰਮ ਨਿਬੜ ਜਾਣਾ ਸੀ। ਇਹ ਗੱਲ ਕਹਿ ਕਹਿ ਕੇ ਦਿਖਾ ਦਿਖਾ ਕੇ ਭਾਗਵੇਂ ਬ੍ਰਿਗੇਡ ਨੂੰ ਇੰਨਾ ਕੁ ਤੱਤਾ ਕਰਤਾ ਵੀ ਜਦੋਂ ਆ ਜੰਗ ਛਿੜੀ ਆ, ਪਹਿਲੇ 15-20 ਦਿਨ ਜਿਹੜਾ ਪੂਰਾ ਇਹਨਾਂ ਨੇ ਢੋਲ ਢਮੱਕਾ ਵਜਾਇਆ, ਔਰ ਸਾਰਾ ਜਿਹੜਾ ਇਹਨਾਂ ਦੇ ਮਗਰ ਲੱਗੀਆਂ ਹੋਈਆਂ ਭੇਡਾਂ ਨੇ, ਉਹਨਾਂ ਨੂੰ ਤਾਂ ਲੱਗਦਾ ਸੀ ਬਸ ਢਾ ਲਿਆ ਕੰਮ, ਲੈ ਲਿਆ ਕੰਮ, ਐਤਕੀ ਫੌਜਾਂ ਚੱਲੀਆਂ ਆਪਣੀਆਂ, ਤੇ ਗੱਲ ਕੋਈ ਬਣੀ ਨਹੀਂ। ਹੁਣ ਜਿਹੜੇ ਇਹਨਾਂ ਦੇ ਸਿਆਸੀ ਵਿਰੋਧੀ ਆ ਮੋਦੀ ਉਹਨਾਂ ਦੇ, ਉਹ ਘੇਰਦੇ ਫਿਰਦੇ ਆ ਕਿ ਆਓ ਜੀ ਦਿਖਾਓ ਕਿੱਥੇ ਆ, ਕਿਹੜਾ ਇਲਾਕਾ ਦੱਬਿਆ। ਤੇ ਤੁਸੀਂ ਕਹਿੰਦੇ ਸੀ ਸੀਜ਼ ਫਾਇਰ ਕਰ ਲਿਆ, ਮਾੜਾ ਕਰ ਲਿਆ ਕਾਂਗਰਸ ਵਾਲਿਆਂ ਨੇ, ਹੁਣ ਤੁਸੀਂ ਵੀ ਸੀਜ਼ ਫਾਇਰ ਕੀਤਾ ਹੀ ਆ ਨਾ। ਤੋ ਇਸ ਚੱਕਰ ਦੇ ਵਿੱਚ ਕਈ ਲੋਕ ਕਹਿੰਦੇ ਆ ਕਿ ਕੋਈ ਨਾ ਕੋਈ ਚੰਦ ਜਿਹੜਾ ਹੈਗਾ ਬਾਰਡਰ ਦੇ ਉੱਤੇ ਫੇਰ ਦੁਬਾਰਾ ਚੜ ਸਕਦੇ ਆ ਇਹ ਬਾਹਮਣ ਬਾਣੀਏ। ਤੋ ਇਸ ਮਾਹੌਲ ਦੇ ਵਿੱਚ ਮੈਨੂੰ ਕਹਿਣ ਦੀ ਇਜਾਜ਼ਤ ਦਿਓ ਕਿ ਸਾਨੂੰ ਪੰਜਾਬੀਆਂ ਨੂੰ, ਸਿੱਖਾਂ ਨੂੰ ਇੱਕ 5, 10, 20, 50 ਲੱਖ ਬੰਦਾ ਇਕੱਠਾ ਕਰਕੇ ਨਾ ਦਿੱਲੀ ਵੱਲ ਕੂਚ ਕਰਨਾ ਚਾਹੀਦਾ। ਜਦੋਂ ਹੁਣ ਜੰਗੀ ਮਾਹੌਲ ਬਣੇ, ਉੱਥੇ ਜਾ ਕੇ ਜਿਹੜਾ ਪਾਰਲੀਮੈਂਟ ਆ, ਜਿਹੜੇ ਆਹ ਨੋਇਡਾ ਨਾਇਡਾ ਵਾਲੇ ਦਫ਼ਤਰ ਨੇ, ਉਹਨਾਂ ਦਾ ਘਰਾਓ ਕਰਨਾ ਚਾਹੀਦਾ ਵੀ ਚਲੋ ਸਾਡੇ ਨਾਲ ਉੱਥੇ ਪੰਜਾਬ 'ਚ ਚਲੋ ਉੱਥੇ। ਜੇਕਰ ਜੰਗ ਦਾ ਇੰਨਾ ਹੀ ਤੁਹਾਨੂੰ ਚਾਹ ਆ ਨਾ ਤੇ ਉੱਥੇ ਚਲੋ, ਅਸੀਂ ਤੁਹਾਨੂੰ ਲੈਣ ਆਏ ਹਾਂ, ਤੁਹਾਨੂੰ ਵੈਲਕਮ ਕਰਕੇ ਆਏ ਹਾਂ। ਚਾਹੇ ਇਹਨੂੰ ਵਿਰੋਧ ਮੰਨ ਲਓ, ਚਾਹੇ ਉਹਨੂੰ ਤੁਹਾਡਾ ਵੈਲਕਮ ਦਾ ਢੰਗ ਮੰਨ ਲਓ, ਪਰ ਇੱਥੇ ਬਹਿ ਕੇ ਨਹੀਂ। ਸੋ ਜਿਹੜਾ ਸਾਰਾ ਇੰਡੀਆ ਉਹ ਸਿੱਖਾਂ ਦਾ, ਪੰਜਾਬੀਆਂ ਦਾ ਜਲੂਸ ਨਿਕਲਦਾ ਦੇਖ ਕੇ ਇਹਨਾਂ ਦੀ ਚਿੜੀਆਂ ਦੀ ਬਹੁਤ ਗਵਾਰਾਂ ਦਾ ਹਾਸਾ ਆਖੇ ਜੀ ਤੁਸੀਂ ਡਰਪੋਕ ਹੋ। ਅਸੀਂ ਡਰਪੋਕ ਵੀ ਆ ਜੀ, ਹੈਗੇ ਆ ਡਰਪੋਕ, ਅਸੀਂ ਨਹੀਂ ਮਰਵਾਉਣੇ ਆਪਦੇ ਬੱਚੇ ਤੋਂ। ਹੁਣ 2 ਦਿਨ ਤੋਂ ਫੇਰ ਚਾਅ ਚੜਿਆ ਪਿਆ, ਕਹਿੰਦੇ ਜੀ ਪਾਕਿਸਤਾਨ ਦੇ ਵਿੱਚ ਪਰਮਾਣੂ ਲੀਕੇਜ ਹੋ ਗਈ ਕੋਈ। ਇਹ ਨਹੀਂ ਸੋਚਦੇ ਕਿ ਜੇ ਇਹ ਪੰਗਾ ਵੱਧ ਜਾਵੇ ਤਾਂ ਸਾਰਾ ਜਿਹੜਾ ਸਾਊਥ ਏਸ਼ੀਆ, ਪੰਜਾਬ ਤੱਕ, ਕਸ਼ਮੀਰ ਤੱਕ, ਮੈਂ ਪਹਿਲੇ ਦਿਨ ਤੋਂ ਵੀ ਕਹਿੰਦਾ, ਅੱਜ ਵੀ ਕਹਿੰਦਾ, ਜਿਹਨੂੰ ਮਿਰਚਾਂ ਲੱਗਦੀਆਂ, ਜਿਹਨੂੰ ਬੁਰਾ ਲੱਗਦਾ, ਉਹ ਆਪਦੇ ਦਿਲ ਤੇ ਹੱਥ ਰੱਖ ਕੇ ਸੋਚੇ ਕਿ ਇਹ ਕੀ ਆ। ਇਹ ਅਗਲੇ ਕਹਿੰਦੇ ਨੇ ਪੰਜਾਬ, ਹਰਿਆਣਾ ਤੱਕ, ਬੇਸ਼ੱਕ ਦੀ ਵਿੱਚ ਹਿਮਾਚਲ ਤੱਕ, ਇਹ ਵੀ ਜੇ ਸਵਾਹ ਹੁੰਦੇ ਹੋਣ ਤੇ ਜੇ ਪੰਜਾਬ ਤੇ ਕਸ਼ਮੀਰ ਦਾ ਕਵਾੜਾ ਹੁੰਦਾ ਹੋਵੇ, ਨਾਲ ਇੱਥੇ ਬੀਜਨਾਸ ਹੁੰਦਾ ਹੋਵੇ ਮਨੁੱਖਤਾ ਦਾ, ਕੋਈ ਸੌਦਾ ਮਾੜਾ ਨਹੀਂ। ਆਹ ਗੰਦੀ ਸੋਚ ਆ ਇਹਨਾਂ ਦਿੱਲੀ ਵਾਲਿਆਂ ਦੀ, ਨਾਗਪੁਰ ਵਾਲਿਆਂ ਦੀ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਅੱਜ ਜਦੋਂ ਟਰੰਪ ਇਹਨਾਂ ਨੂੰ ਬਾਰ-ਬਾਰ ਘੇਰ ਰਿਹਾ, ਜਦੋਂ ਇਹਨਾਂ ਨੂੰ ਇੰਡੀਆ ਦੇ ਵਿੱਚੋਂ ਪ੍ਰੈਸ਼ਰ ਆ, ਤਾਂ ਬੜਾ ਖਦਸ਼ਾ ਆ ਕਿ ਕੋਈ ਨਵਾਂ ਚੰਦ ਜਿਹੜਾ ਹੈਗਾ ਉਹ ਨਾ ਚਾੜ ਦੇਣ, ਕਿਉਂਕਿ ਇਹ ਕਈ ਪੰਗੇ ਲਈ ਫਿਰਦੇ ਆ। ਉਧਰ ਬਲੋਚਿਸਤਾਨ ਦੇ ਵਿੱਚ ਜਿੰਨਾ ਉਦਮੂਲ ਖੜਾ ਹੋਇਆ ਉਹਦੇ ਬਾਰੇ ਕਹਿੰਦੇ ਆ ਕਿ ਜੀ ਉਹ ਤਾਂ ਬਹੁਤ ਵਧੀਆ ਗੱਲ ਆ ਪਾਕਿਸਤਾਨ ਦੇ ਵਿੱਚ ਜਿਹੜਾ ਹੋਇਆ ਇੰਡੀਆ ਇਹ ਕਹਿੰਦਾ। ਤੇ ਪਾਕਿਸਤਾਨ ਦਾ ਦੋਸ਼ ਇਹ ਆ ਕਿ ਤੁਸੀਂ ਇਹਨਾਂ ਨੂੰ, ਸਾਡੇ ਮੁਲਕ ਦੇ ਬਾਗੀਆਂ ਨੂੰ ਸਪੋਰਟ ਕਰਦੇ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਇੰਡੀਆ ਵਾਲਿਓ, ਜੇਕਰ ਵਾਕਿਆ ਹੀ ਬਲੂਚਿਸਤਾਨ ਦੇ ਵਿੱਚ ਜੋ ਕੁਝ ਚੱਲ ਰਿਹਾ ਉਹ ਇੰਨਾ ਵਧੀਆ, ਤੇ ਫਿਰ ਅਸੀਂ ਪੰਜਾਬ ਵਾਲੇ ਜਾਂ ਕਸ਼ਮੀਰ ਵਾਲੇ ਤੁਹਾਨੂੰ ਕੀ ਕਹਿੰਦੇ ਆ? ਪਰ ਸਾਨੂੰ ਵੀ, ਸਾਡੀ ਵੀ ਤਾਂ ਉਹੀ ਪ੍ਰੋਬਲਮ ਆ ਨਾ। ਅਸੀਂ ਵੀ ਦਿੱਲੀ ਦੀ, ਨਾਗਪੁਰ ਦੀ ਹਿੰਦੂਤਵ ਦੀ ਡੋਮੀਨੈਂਸ ਆ, ਜਿਹੜੀ ਧੱਕੜਸ਼ਾਹੀ ਹੈ, ਜਿਹੜਾ ਤੁਸੀਂ ਸਾਡੇ ਹਿੱਤਾਂ ਤੇ ਹੱਕਾਂ ਨੂੰ ਦੱਬਦੇ ਹੋ, ਅਸੀਂ ਵੀ ਤਾਂ ਉਹੀ ਦੁੱਖ ਰੋਨੇ ਆ। ਤੇ ਸਾਨੂੰ ਭਾਈ ਫਿਰ ਉਹੀ ਚੀਜ਼ ਜਿਹੜੀ ਤੁਸੀਂ ਕਹਿੰਦੇ ਹੋ ਬਲੋਚਿਸਤਾਨ ਆਜ਼ਾਦ ਹੋਣਾ ਚਾਹੀਏ, ਤੇ ਸਾਨੂੰ ਦਿਓ ਆਜ਼ਾਦੀ। ਫਿਰ ਅਸੀਂ ਭੁੱਖੇ ਰਹੀਏ, ਰੱਜੇ ਰਹੀਏ, ਇੰਨੀ ਕੁ ਗਾਰੰਟੀ ਤੁਹਾਨੂੰ ਦਿੰਨੇ ਆ। ਸਾਡੇ ਲਈ ਖਾਲਿਸਤਾਨ ਇੱਕ ਗੁਰਦੁਆਰਾ ਸਾਹਿਬ ਵਾਂਗੂ ਹੋ। ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਹੋਇਆ ਮਨੁੱਖ ਅੱਜ ਤੱਕ, ਚਾਹੇ ਉਹ ਕਿਸੇ ਪਿੰਡ ਦਾ ਛੋਟਾ ਜਿਹਾ ਗੁਰਦੁਆਰਾ ਹੀ ਹੋਵੇ, ਕਦੇ ਕੋਈ ਮਨੁੱਖ ਦੇਖਿਆ
ਜਿਹੜਾ ਦੁਖੀ ਹੋਵੇ, ਉੱਤੇ ਤਨ ਤੇ ਮਨ ਰੱਜ ਜਾਂਦੇ ਆ। ਸਿੱਖ ਜਾਂ ਪੰਜਾਬ ਦੇ ਲੋਕ ਖਾਲਿਸਤਾਨ ਦੇ ਵਿੱਚ ਵਸਦੇ ਹਰ ਬੰਦੇ ਨੂੰ ਇੰਨਾ ਕੁ ਖੁਸ਼ਹਾਲ ਕਰਨਗੇ ਕਿ ਜਿਹੜੇ ਲੋਕ ਅੱਜ ਤੱਕ ਖਾਲਿਸਤਾਨ ਦਾ ਵਿਰੋਧ ਕਰਦੇ ਰਹੇ ਨੇ ਉਹ ਖੁਦ ਸ਼ਰਮਸ਼ਾਰ ਹੋਇਆ ਕਰਨਗੇ। ਜਿਹੜੇ ਹਿੰਦੂ ਪੰਜਾਬ ਵਿੱਚ ਖਾਲਿਸਤਾਨ ਵਿੱਚ ਰਹਿਣ ਲਈ ਮੰਨ ਜਾਣਗੇ, ਉਹਨਾਂ ਦੀਆਂ ਜਿਹੜੀਆਂ ਅਗਲੀਆਂ ਪੁਸ਼ਤਾਂ ਨੇ ਨਾ, ਉਹਨਾਂ ਨੂੰ ਨਾਲ ਲੈ ਕੇ ਇੱਕ ਦਿਨ ਰੱਖਣਾ ਪੈਣਾ ਉਹਨਾਂ ਨੂੰ। ਉਹਨਾਂ ਨੇ ਫਿਰ ਉਸ ਦਿਨ ਕਿਆ ਕਰਨਾ, ਪਛਤਾਤਾਪ ਦਿਵਸ। ਆਪਾਂ ਦਾ ਪਛਤਾਵਾ ਕਹਿੰਦੇ ਆ ਨਾ, ਇਹ ਪਛਤਾਤਾਪ ਜਾਂ ਕਹਿੰਦੇ ਹੁੰਦੇ। ਇਹ ਫਿਰ ਕਿਆ ਕਰਨਗੇ ਕਿ ਸਾਡੇ ਵੱਡੇ ਵਡੇਰਿਆਂ ਨੇ ਸਿੱਖਾਂ ਦਾ ਜੋ ਬੁਰਾ ਹਾਲ ਕੀਤਾ, ਜੋ ਅਕਿਰਤ ਘਣਤਾ ਦਿਖਾਈ ਹੈ, ਤੇ ਜਿਸ ਤਰੀਕੇ ਨਾਲ ਖਾਲਿਸਤਾਨ ਦਾ ਵਿਰੋਧ ਕੀਤਾ, ਉਹਦੇ ਲਈ ਅਸੀਂ ਸ਼ਰਮਸ਼ਾਰ ਆ। ਸਾਨੂੰ ਨਹੀਂ ਸੀ ਪਤਾ ਕਿ ਸਿੱਖ ਜਾਂ ਖਾਲਿਸਤਾਨ ਇਹੋ ਜਿਹਾ ਹੋਊਗਾ। ਅਸੀਂ ਪਛਤਾਤਾਪ ਕਰਦੇ। ਇਹ ਆ ਜਿਹੜੇ ਸਾਰੇ ਭਾਰਤ ਦੇ ਵਿੱਚ ਰਹਿ ਜਾਣਗੇ ਉੱਥੇ, ਕਿਉਂਕਿ ਇਹਨਾਂ ਨੇ ਗੰਦ ਪਾਉਣੋਂ ਹਟਣਾ ਨਹੀਂ। ਹੁਣ ਜਿਸ ਤਰੀਕੇ ਦੀ ਬੋਲੀ, ਜਿਸ ਤਰੀਕੇ ਦਾ ਹਿਸਾਬ ਕਿਤਾਬ ਪਾਕਿਸਤਾਨ ਤੇ ਮੁਸਲਮਾਨਾਂ ਦੇ ਖਿਲਾਫ ਆ ਇਹਨਾਂ ਦਾ, ਉਹ ਉਦੋਂ ਉਹਨਾਂ ਨੂੰ ਉੱਥੇ ਸਿੱਖ ਤੇ ਉੱਥੇ ਖਾਲਿਸਤਾਨ ਭਰ ਲੈਣਾ। ਬੋਲੀ ਸ਼ੈਲੀ ਤਾਂ ਇਹੀ ਰੱਖਣੀ ਹੈ ਇਹਨਾਂ ਨੇ। ਇਹ ਤਾਂ ਆਪਦਿਆਂ ਨੂੰ ਨਹੀਂ ਬਖਸ਼ਦੇ। ਜਿਹੜੇ ਬੰਦੇ ਇਹਨਾਂ ਦੇ ਮੁਲਕ ਲਈ ਲੜਦੇ ਮਰਦੇ ਆ, ਐਤਕੀ ਟੂਲ ਕਿੱਟ ਦਾ ਜ਼ਿਕਰ ਹੋ ਰਿਹਾ ਕਿ ਬੜੀ ਸਕੀਮ ਨਾਲ ਵਿਕਰਮ ਮਿਸਰੀ ਵੱਲ ਤੇ ਉਹ ਬੱਚੀ ਜਿਹੜੀ ਮੈਡਮ ਕੁਰੈਸ਼ੀ ਆ ਉਹਦੇ ਵੱਲ ਗੱਲ ਮੋੜ ਦਿੱਤੀ ਗਈ ਆ, ਕਿਤੇ ਮੋਦੀ ਨੂੰ ਨਾ ਗਾਲਾਂ ਪੈਣ, ਕਿਉਂਕਿ ਗਾਲਾਂ ਕੱਢਣ ਵਾਲੀ ਤਾਂ ਫੈਕਟਰੀ ਲਾਈ ਹੋਈ ਹੈ ਨਾ ਇਹਨਾਂ ਨੇ। ਸੋ ਇੱਕ ਪਾਸੇ ਤਾਂ ਇਹ ਸਾਰਾ ਕੁਝ ਚੱਲ ਰਿਹਾ, ਦੂਜੇ ਪਾਸੇ ਇਹ ਖਬਰ ਆਈ ਹੈ ਇੱਕ ਕਿ ਸਿੰਧੂ ਜਲ ਸਮਝੌਤੇ ਤੇ ਮੁੜ ਵਿਚਾਰ ਕਰਨ ਲਈ ਪਾਕਿਸਤਾਨ ਨੇ ਭਾਰਤ ਨੂੰ ਪੱਤਰ ਲਿਖਿਆ। ਪਰ ਇੱਕ ਇੱਥੇ ਮੈਂ ਕਲਿੱਪ ਦੇਖ ਰਿਹਾ ਸੀਗਾ, ਜਿਹੜਾ ਹੈਗਾ ਵਿਸ਼ਵ ਬੈਂਕ ਦੇ ਮੁਖੀ ਅਜੇ ਬੰਗਾ, ਉਹਨਾਂ ਨੇ ਕਿਹਾ ਕਿ ਸਿੰਧੂ ਜਲ ਸਮਝੌਤੇ ਨੂੰ ਪਾਕਿਸਤਾਨ ਦੀ ਰਜ਼ਾਮੰਦੀ ਤੋਂ ਬਗੈਰ ਮੁਅੱਤਲ ਨਹੀਂ ਕੀਤਾ ਜਾ ਸਕਦਾ। ਸੋ ਇਹ ਆਪਣੇ ਆਪ ਦੇ ਵਿੱਚ ਹੀ ਬੜਾ ਵੱਡਾ ਨੁਕਤਾ। ਤੇ ਦੂਜੇ ਪਾਸੇ ਜਦੋਂ ਆਦਮਪੁਰ ਦੇ ਵਿੱਚ ਖੜ ਕੇ ਜਲੰਧਰ ਦੇ ਕੋਲ ਮੋਦੀ ਨੇ ਜੰਗੀ ਤਕਰੀਰ ਕਰਕੇ ਵੀਡੀਓ ਬਣਾ ਕੇ ਪਾਈ ਆ, ਤਾਂ ਉਧਰ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਉੱਥੇ ਸ਼ਹਿਬਾਜ਼ ਸ਼ਰੀਫ ਨੇ ਵੀ ਫਿਰ ਬਦਲੇ 'ਚ, ਕਿਉਂਕਿ ਹੈ ਤਾਂ ਦੋਨੇ ਇੱਕੋ ਹੀ ਨੇ ਨਾ, ਦੋਨੇ ਮੁਲਕ ਇਕੱਠੇ ਹੀ ਰਹੇ ਨੇ ਨਾ, ਇੱਥੋਂ ਇਕੱਠੇ ਹੀ ਸੀਗੇ। ਹੁਣ 47 ਤੋਂ ਬਾਅਦ ਹੀ ਅੱਡ ਹੋਏ ਆ, ਤੇ ਉਹਨੇ ਵੀ ਫਿਰ ਉਹੋ ਜਿਹਾ ਕੰਮ ਕੀਤਾ। ਪਰ ਉੱਥੇ ਇੱਕ ਜਿਹੜੀ ਉਹਨੇ ਆਪਦੀ ਤਕਰੀਰ 'ਚ ਗੱਲ ਕਹੀ ਆ, ਤੇ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਜੇ ਭਾਰਤ ਵਿੱਚ ਕੋਈ ਵਾਰਦਾਤ ਹੋ ਗਈ ਤਾਂ ਐਕਟ ਆਫ ਵਾਰ ਆ, ਸਾਡੇ ਲਈ ਵੀ ਜੇ ਤੁਸੀਂ ਪਾਣੀ ਰੋਕਿਆ ਫਿਰ ਐਕਟ ਆਫ ਵਾਰ, ਤੇ ਅਸੀਂ ਫਿਰ ਬਗਲੀ ਹਾਰ ਪ੍ਰੋਜੈਕਟ ਆ ਜਿਹੜਾ ਉਹਨੂੰ ਟਾਰਗੇਟ ਕਰਾਂਗੇ, ਅਸੀਂ ਆਹ ਕਰਾਂਗੇ, ਉਹ ਵੀ ਗੱਲਾਂ ਕਰਦੇ। ਕੁੱਲ ਮਿਲਾ ਕੇ ਇਹਨਾਂ ਦੋਨੇ ਮੁਲਕਾਂ ਦਾ ਤਾਂ ਇਹੀ ਰਹਿਣਾ ਹਾਲ ਚਾਲ। ਇਹਦੇ ਵਿਚਾਲੇ ਸਾਡਾ ਜਿਹੜਾ ਸਿੱਖਾਂ ਦਾ ਸਾਡਾ ਕੁਝ ਬਣੇ, ਇਹ ਗੱਲ ਦੁਨੀਆ ਨੂੰ ਜਚਾਉਣ ਦੀ ਲੋੜ ਆ। ਔਰ ਇਸ ਮਾਹੌਲ ਦੇ ਵਿੱਚ ਬੜੇ ਲੋਕਾਂ ਨੂੰ ਇਸ ਗੱਲ ਦੀ ਸਮਝ ਲੱਗੀ ਹੈ ਕਿ ਵਾਕਿਆ ਹੀ ਸਿੱਖ ਜਿਹੜੇ ਨੇ ਉਹਨਾਂ ਦਾ ਰੋਲ, ਉਹਨਾਂ ਦੀ ਭੂਮਿਕਾ ਬਿਲਕੁਲ ਜੈਨੂਅਨ ਰਹੀ ਆ। ਸਿੱਖਾਂ ਨੇ ਸਾਰੇ ਸੰਸਾਰ ਨੂੰ ਦਿਖਾਇਆ ਕਿ ਅਸੀਂ ਨਾ ਤਾਂ ਭਾਰਤੀ ਆ, ਨਾ ਅਸੀਂ ਹਿੰਦੂ ਆ, ਨਾ ਅਸੀਂ ਇੰਨੀਆਂ ਇਸ ਤਰੀਕੇ ਦੀ ਭੇਡ ਵਰਤੀ ਵਾਲੇ ਆ। ਇਸੇ ਕਰਕੇ ਸਾਡੇ ਇੱਥੇ ਕਿਸੇ ਲੀਡਰ ਦੀ, ਕਿਸੇ ਆਗੂ ਦੀ ਜ਼ਰੂਰਤ ਨਹੀਂ ਪਈ ਹੈਗੀ ਕਿ ਆਮ ਸਿੱਖ ਸੈਂਟੀਮੈਂਟਸ ਦੇ ਉਲਟ ਜਾ ਕੇ ਉਹ ਭਾਰਤੀ ਮੁੱਖ ਧਾਰਾ ਦੀ ਬੋਲੀ ਬੋਲੇ। ਸੋ ਇਸ ਮਾਹੌਲ ਦੇ ਵਿੱਚ ਇੱਕ ਖਬਰ ਹੋਰ ਇੱਥੇ ਆਈ ਆ ਕਿ ਇਜ਼ਰਾइल ने अल शरा को लेकर अपनी आपत्ति जताई है। मतलब कि ये खबर अज इत्थे पढ़ के बहुत सारे लोगों को बड़ी हैरानी हुई है कि जी जिहड़ा अहमद अल शरा, अबू मुहम्मद अल जलानी, ये बंदा अल कैदा नाल जुड़िया होया सी, अल शरा अल कैदा नाल, ते इहदे उत्ते किसी टाइम कहंदे जी बहुत मिलियन ਦੇ ਵਿੱਚ ਵੱਡਾ ਇਨਾਮ ਸੀ ਇੱਕ ਟੈਰਰਿਸਟ ਦੇ ਤੌਰ। ਪਰ ਹੁਣ ਉਹ ਸੱਤਾ 'ਚ ਆ ਗਿਆ ਤੇ ਉਸ ਵਿਅਕਤੀ ਨੂੰ
ਬਸ਼ਰ ਅਲ ਅਸਦ ਦੀ ਸਰਕਾਰ ਦਾ ਤਖਤਾ ਪਲਟ ਕਰਨ ਤੋਂ ਬਾਅਦ ਜਦੋਂ ਅੰਤਮ ਰਾਸ਼ਟਰਪਤੀ ਬਣ ਗਿਆ ਉਹ, ਤੇ ਹੁਣ ਮਿਸਟਰ ਟਰੰਪ ਜਿਹੜਾ ਹੈ ਉਹਦੇ ਨਾਲ ਗੱਲਬਾਤ ਕੀਤੀ ਆ, ਤੇ ਅੱਜ ਦੀ ਤਰੀਕ ਵਿੱਚ ਉਹ ਟੈਰੋਰਿਸਟ ਅੱਤਵਾਦੀ ਜਿਹਨੂੰ ਕਹਿ ਕੇ ਸਾਰੀ ਦੁਨੀਆ 'ਚ ਜਿਹਦੇ ਸਿਰ ਦਾ ਨਾਮ ਰੱਖਿਆ ਹੋਇਆ ਸੀ, ਉਹਨੂੰ ਟਰੰਪ ਦੇ ਨਾਲ ਫੋਟੋ 'ਚ ਦੇਖ ਕੇ ਸਾਡੇ ਭਾਈਚਾਰੇ ਨੂੰ ਵੀ ਹੌਸਲਾ ਮਿਲਿਆ ਕਿ ਜਿਨ੍ਹਾਂ ਲੋਕਾਂ ਨੂੰ ਸਾਡੇ ਹੀਰੋ, ਸਾਡੇ ਨਾਇਕ, ਪਿਛਲੇ ਦਿਨੀ ਇੱਕ ਸੱਜਣ ਇੰਟਰਵਿਊ ਕਰਨ ਗਿਆ ਭਾਈ ਨਰਾਇਣ ਸਿੰਘ ਚੌੜੇ ਦੀ, ਕਹਿੰਦਾ ਵੀ ਤੁਸੀਂ ਆਪਦੇ ਆਪ ਨੂੰ ਕੀ ਡਿਫਾਈਨ ਕਰਦੇ ਹੋ? ਭਾਈ ਨਰਾਇਣ ਸਿੰਘ ਚੌੜਾ ਹੱਸ ਕੇ ਕਹਿੰਦੇ ਮੈਂ ਫਰੀडम फाइटर ਹਾਂ, ਆਜ਼ਾਦੀ ਘੁਲਾਟੀਏ। ਸੋ ਸਾਡੀ ਕੌਮ ਦੇ ਆਜ਼ਾਦੀ ਘੁਲਾਟੀਏ ਜਿਨ੍ਹਾਂ ਨੂੰ ਇੰਡੀਅਨ ਸਿਸਟਮ ਟੈਰਰਿਸਟ ਕਹਿੰਦਾ, ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਸੇ ਤਰੀਕੇ ਨਾਲ ਜਿਵੇਂ ਅੱਜ ਟਰੰਪ ਉਨੀ ਖੜ ਕੇ ਨਾਲ ਫੋਟੋਆਂ ਲਹਾਉਂਦੇ ਆ, ਏਦਾਂ ਹੀ ਜਦੋਂ ਖਾਲਿਸਤਾਨ ਬਣ ਗਿਆ, ਜਿਨ੍ਹਾਂ ਦੇ ਸਿਰਾਂ ਦੇ ਇਨਾਮ ਰੱਖੇ ਜਾਂਦੇ ਆ, ਜਿਨ੍ਹਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਂਦਾ, ਜਿਨ੍ਹਾਂ ਦੇ ਬਾਰੇ ਮਾੜੀਆਂ ਮਾੜੀਆਂ ਗੱਲਾਂ, ਭੈੜੀਆਂ ਭੈੜੀਆਂ ਗੱਲਾਂ ਉਡਾਈਆਂ ਜਾਂਦੀਆਂ ਨੇ, ਇਹਨਾਂ ਦੀ ਵੀ ਇਸੇ ਤਰੀਕੇ ਨਾਲ ਸ਼ਾਨ ਹੋਇਆ ਕਰੂਗੀ। ਸੋ ਜਿਹੜਾ ਵਕਤ ਹੁੰਦਾ ਨਾ, ਵਕਤ ਉਹ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਜਿਹੜਾ ਆਜ਼ਾਦੀ ਘੁਲਾਟੀਆ ਹੁੰਦਾ ਉਹ ਇੱਕ ਟਾਈਮ ਟੈਰੋਰਿਸਟ ਵੀ ਗਰਦਾਨਿਆ ਜਾ ਸਕਦਾ, ਤੇ ਜਦੋਂ ਆਜ਼ਾਦੀ ਮਿਲ ਜਾਂਦੀ ਆ ਉਦੋਂ ਫਿਰ ਜਿਵੇਂ ਸੀਰੀਆ ਦਾ ਜਿਹੜਾ ਇਹ ਆਗੂ ਆ ਮੁਹੰਮਦ ਅਲ ਜਲਾਨੀ, ਤੇ ਉਹਦੇ ਨਾਲ ਜਿਵੇਂ ਟਰੰਪ ਦਾ ਮਤਲਬ ਅਮਰੀਕਾ ਮਤਲਬ ਸਾਰੇ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਸੁਪਰ ਪਾਵਰ ਵਰਗੀ ਜਿਹੜੀ ਉਹਦੇ ਨਾਲ ਇਹ ਸ਼ਖਸੀਅਤ ਖੜੀ ਹੈ। ਸੋ ਬੜੀ ਇਸ ਫੋਟੋ ਨੂੰ ਸਾਡੇ ਸਿੱਖ ਭਾਈਚਾਰੇ ਦੇ ਵਿੱਚ ਘੁਮਾਇਆ ਜਾ ਰਿਹਾ। ਹਾਲਾਂਕਿ ਕਈ ਜਿਹੜੇ ਅੱਖਰ ਜਾਂ ਨਾਂ ਆ ਨਾ, ਕਈ ਬੋਲੇ ਨਹੀਂ ਜਾਂਦੇ, ਲਿਖੇ ਨਹੀਂ ਜਾਂਦੇ, ਪਰ ਸਾਡੇ ਬੰਦਿਆਂ ਨੇ ਮੋਟੀ ਜੀ ਗੱਲ ਸਾਰਿਆਂ ਨੂੰ ਸਮਝਾਤੀ ਕਿ ਇੱਕ ਬੰਦਾ ਸੀ ਜਿਹਨੂੰ ਕਿਸੇ ਟਾਈਮ ਦਹਿਸ਼ਤਗਰਦ ਅੱਤਵਾਦੀ ਕਿਹਾ ਜਾਂਦਾ ਸੀ, ਤੇ ਅੱਜ ਉਹੀ ਬੰਦਾ ਟਰੰਪ ਜਿਹੜਾ ਹੈਗਾ ਉਹਦੇ ਨਾਲ ਫੋਟੋਆਂ ਖਿਚਾਉਂਦਾ ਪਿਆ। ਸੋ ਇਸੇ ਤਰੀਕੇ ਨਾਲ ਫਿਰ ਕੌਮਾਂ ਨੂੰ, ਮਨੁੱਖਾਂ ਨੂੰ ਹੰਗਾਰੇ ਤੇ ਹਲਾਰੇ ਮਿਲਦੇ ਹੁੰਦੇ ਨੇ। ਸੋ ਇਹ ਬੜਾ ਚੰਗਾ ਤੇ ਹਾਂ ਪੱਖੀ ਜਿਹੜਾ ਕੰਮ ਹੋਇਆ। ਅੱਜ ਇੱਕ ਲਾਸਟ ਬੇਨਤੀ ਕਰਕੇ ਸਮਾਪਤੀ ਕਰਨੀ ਹੈ ਕਿ ਪਿਛਲੇ ਦਿਨੀ KPS ਗਿੱਲ ਦੇ ਭਰਾ ਡਿੱਕੀ ਗਿੱਲ ਨੂੰ ਲੁਧਿਆਣੇ ਕਿਹਾ ਜਾਂਦਾ ਸੀ, ਉਹਦੀ ਇੰਟਰਵਿਊ ਆਈ ਸੀ, ਉਹਦੇ ਬਾਰੇ ਸਾਡੇ ਬਹੁਤ ਸਾਰੇ ਸੱਜਣਾਂ ਨੇ ਕਿਹਾ ਕਿ ਉਹਦੇ ਤੇ ਕਿਸੇ ਦਿਨ ਚਰਚਾ ਕਰੋ। ਮੈਂ ਹਾਲਾਂਕਿ ਜਾਣਦਾ ਵਾਂ ਕਿ ਉਹ ਆਪਦੀ ਜਿਹੜੀ ਉਹਦੀ KPS ਗਿੱਲ ਦੀ ਭਰਜਾਈ ਡਿੱਕੀ ਗਿੱਲ ਦੀ ਵਾਈਫ ਆ ਜਿਹੜੀ, ਉਹਨੂੰ ਸਿਆਸਤ ਵਿੱਚ ਲਿਆਉਣ ਲਈ ਕਿ ਜੀ ਜਿੰਨਾ ਜ਼ਿਆਦਾ ਸਿੱਖ ਸਾਨੂੰ ਭੰਡਣਗੇ, ਗਾਲਾਂ ਗੂਲਾਂ ਕੱਢਣਗੇ, ਮਾੜਾ ਚੰਗਾ ਬੋਲਣਗੇ, ਉਹ ਜਾਣ ਕੇ ਚੜਾ ਰਿਹਾ ਕਿ ਉਹ ਤਾਂ ਜੀ ਮਸੀਹਾ ਸੀ। ਪਰ ਸਾਰੇ ਕਹਿੰਦੇ ਆ ਜੀ ਤੁਹਾਡੀ ਉਹਦੇ ਬਾਰੇ ਲੇਬਲਿੰਗ ਸੀ, ਤੁਸੀਂ ਕਿਹਾ ਸੀ ਪੰਜਾਬ ਦਾ ਬੁੱਚੜ। ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈ ਵੀ ਡਿੱਕੀ ਗਿੱਲ ਇੱਕ ਲੜੀ 'ਚ, ਪਹਿਲਾਂ ਉਹਦੀ ਵਾਈਫ, ਉਹਦੀ ਘਰ ਵਾਲੀ KPS ਗਿੱਲ ਦੀ ਆਈ ਸੀ, ਉਦੋਂ ਜਦੋਂ ਆਪਾਂ 2019 'ਚ ਗੱਲ ਕਹੀ ਸੀ, ਉਹਦਾ ਕਿਹਾ ਸੀਗਾ ਕਿ ਉਹਨੂੰ ਬੁੱਚੜ ਨਾ ਕਹੋ। ਫਿਰ ਜਿਹੜੇ ਉਹਦੇ ਚੇਲੇ ਵਰਗੇ ਆ, ਸੈਣੀ ਵਰਗੇ, ਉਹਨਾਂ ਵਿੱਚੋਂ DGP ਬਿਰਕ ਨਿਤਰਿਆ, ਉਹਨੇ ਇਹੀ ਗੱਲ ਕਹੀ, ਹੁਣ ਇਹਨੇ ਕਹੀ। ਪਰ ਕੌਮ ਨੇ ਫੈਸਲਾ ਕੀਤਾ ਹੋਇਆ, ਉਹ ਬੁੱਚੜ ਸੀ, ਬੁੱਚੜ ਹੈ ਤੇ ਬੁੱਚੜ ਰਹੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਉੱਤੇ ਵੀ ਆਪਾਂ ਵਕਤ ਲਾਵਾਂਗੇ। ਅੱਜ ਸਮਾਂ ਸਮਾਪਤ ਹੈ, ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।